सतनाम वाहिगुरु साहिब जी। कछुः कंचन पयो शब्द गुर श्रवण सुनियो। बिखते अमृत होयो नाम सतगुर मुख पणियो। लोहो होयो लाल नदर सतगुर जद तारै। पाहण माणक करे ज्ञान गुर कहियो विचारै। काठो श्री खंड सतगुर कियो दुख दरिद्र तिनके गयो। सतगुर चरण जिन परसिया पस परीत सुर नर पयो। अब राखो दास पाठ की लाज जैसे राखी लाज भगत प्रहलाद की। हर नाखस वारे कर आज फुन द्रौपदी लाज रखी हर प्रभु जी। क्षीणत वस्त्र दीन बहु साज सो दामा अपदा ते राखिया। गनिका पढ़त पूरे ते काज। श्री सतगुर सो प्रसन्न कल जुग होए। राखो दास पाठ की लाज। बेसुमार अथाह अगनत अतुलै ज्यो बुलावो त्यो नानक दास बोले। सतनाम वाहिगुरु साहिब जी। पीत बसन कुंद दसन प्रिया सहत कंठ माल मुकुट शीस। मोर पंख चाहे जियो पीत बसन कुंद दसन प्रिया सहत कंठ माल मुकुट शीस। मोर पंख चाहे जियो बेवजीर बड़े तीर। धर्म अंग अलख अगम खेल किया अपने उशाहे जियो। अकथ कथा कथी ना जाए तीन लोक रहया समाये। सुत है सिद्ध रूप धरियो साहन कै साहे जियो। सत साच श्रीनिवास आदि पुरख सदा तुही। वाहिगुरु 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 वाहे जियो। सत साच श्रीनिवास आदि पुरख सदा तुही। वाहिगुरु 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 वाहे जियो। वाहिगुरु जी का खालसा वाहिगुरु जी की फतेह। धन धन सतगुरु गुरु गरीब निवाज
ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਮੁਬਾਰਕ ਮਿਹਰ ਭਰੀ ਨਦਰ ਕਰਕੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਟਕਸਾਲ ਦੇ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਸਤਿਗੁਰੂ ਕੇ ਮੁਬਾਰਕ ਚਰਨਾਂ ਦੀ ਪ੍ਰੀਤ ਦ੍ਰਿੜ ਕਰਦਿਆਂ ਸਤ ਸੰਗਤ ਰੂਪ ਦੁਆਰਾ ਸਾਧਨਾ ਕਰਦਿਆਂ ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਕਾਰਥ ਕਰਨ ਦਾ, ਸਫਲ ਕਰਨ ਦਾ ਸ਼੍ਰੇਸ਼ਟ ਸਫਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ, ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸ਼ਰਵਣ ਕਰਕੇ ਨਿਰੰਤਰ ਅਧਿਆਤਮਕ ਲਾਭ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਏ ਜੀਓ। ਭੱਟ ਸਾਹਿਬਾਨ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਅਗੰਮ ਸਰੂਪ ਦੀ ਸਿਫਤ ਕੱਥਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦੀ ਸਿਫਤ ਦੇ ਉਸ ਮੁਕਾਮ 'ਤੇ ਚਲੇ ਜਾਂਦੇ ਹਨ ਜਿੱਥੇ ਜਾ ਕੇ ਸਤਿਗੁਰੂ ਦੇ ਲਈ ਕੋਈ ਉਪਮਾਨ ਪੂਰਾ ਨਹੀਂ ਉਹਨਾਂ ਨੂੰ ਮਿਲਦਾ, ਜਿੱਥੇ ਜਾ ਕੇ ਇੰਨਾ ਜ਼ਿਆਦਾ ਹਿਰਦਾ ਰਸ ਦੇ ਨਾਲ ਭਰ ਜਾਂਦਾ ਹੈ ਕਿ ਬੁੱਧੀ ਅਕਲ ਅਤੇ ਬੜੀ ਗੂੜ ਮੱਤ ਭਾਵੇਂ ਕਿੰਨਾ ਵੀ ਬਾਰੀਕ ਵਰਣਨ ਕਿਉਂ ਨਾ ਕਰੇ ਪਰ ਉੱਥੇ ਸ਼ਬਦ ਵੀ ਨਹੀਂ ਬਣਦਾ। ਫਿਰ ਪੂਰਨ ਆਨੰਦ ਦੇ ਵਿੱਚ ਰੱਤੀ ਹੋਈ ਅਵਸਥਾ ਜਿਹਨੇ ਗੁਰੂ ਕੇ ਅਗੰਮ ਅਗੋਚਰ ਸਰੂਪ ਦੇ ਦਰਸ਼ਨ ਕਰ ਲਏ ਹਨ, ਭੱਟ ਸਾਹਿਬਾਨਾਂ ਦੀ ਉਹ ਪਰਮ ਉਚੇਰੀ ਸੁਰਤ ਫਿਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੁੱਚੇ ਖੇਲ ਨੂੰ ਬ੍ਰਹਿਮੰਡ ਦੇ ਵਿੱਚ ਜਦੋਂ ਨਿਹਾਰਦੀ ਹੈ ਤਾਂ ਫਿਰ ਵਾਹਿਗੁਰੂ ਸ਼ਬਦ ਦੇ ਨਾਲ ਸੰਬੋਧਨ ਕਰਦੀ ਹੈ, ਜੋ ਭਗਤੀ ਦਾ, ਸਿਫਤ ਦਾ, ਸਾਧਨਾ ਦਾ ਸਿਖਰਲਾ ਸ਼ਬਦ ਹੈ। ਇਸ ਕਰਕੇ ਭੱਟ ਸਾਹਿਬਾਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਕਥ ਗੋਚਰ ਸਰੂਪ ਦੀ ਆਪ ਜੀ ਨੇ ਬਾਣੀ ਦੇ ਅੰਤਰਗਤ ਇੱਕ ਵਾਕ ਸ਼ਰਵਣ ਕੀਤਾ ਹੋਵੇਗਾ। ਕਹੋ ਕਬੀਰ ਗੂੰਗੈ ਗੁੜ ਖਾਇਆ ਪੂਛੇ ਤੇ ਕਿਆ ਕਹੀਏ। ਕਿ ਰੱਬੀ ਸਿਫਤ ਜਿਵੇਂ ਕੁਦਰਤੀ ਹੈ, ਆਹ ਦੁਨੀਆ ਸੰਸਾਰ ਦੀ ਤਰਫ ਮੋਹ ਦੇ ਵਿੱਚ ਪ੍ਰਵਿਰਤ ਹੁੰਦੀ ਹੈ। ਹਜ਼ਾਰਾਂ ਵਾਰੀ ਵੈਰਾਗ ਦਾ ਉਪਦੇਸ਼ ਦ੍ਰਿੜ ਕਰਵਾਈਏ ਪਰ ਫਿਰ ਵੀ ਜਿਹੜਾ ਚਿੱਤ ਹੈ ਸੰਸਾਰ ਵੱਲੋਂ ਨਹੀਂ ਹਟਦਾ। ਕਾਰਨ ਕੀ ਹੈ ਕਿ ਚਿੱਤ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਇੰਝ ਹੀ ਜਿਵੇਂ ਜਿਹੜੇ ਰੱਬੀ ਮਾਰਗ 'ਤੇ ਜਿਹੜੇ ਗੁਰੂ ਕੀ ਸਿਫਤ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਭੱਟ ਸਾਹਿਬਾਨਾਂ ਦੇ, ਕਿਉਂਕਿ ਜਿਵੇਂ ਅਸੀਂ ਬਾਕੀ ਬਾਣੀਆਂ ਦੀ ਤਰਤੀਬ ਪੜ੍ਹਦੇ ਹਾਂ ਉਵੇਂ ਭੱਟ ਸਾਹਿਬਾਨਾਂ ਦੀ ਬਾਣੀ 'ਚ ਵੀ ਤਰਤੀਬ ਹੈ। ਹੁਣ ਇਹ ਤਾਂ ਹੈ ਕਿ ਜਦੋਂ ਭੱਟ ਸਾਹਿਬਾਨ ਗੁਰੂ ਸਾਹਿਬ ਜੀ ਪਾਸ ਆਏ, ਹੁਣ ਹੋ ਸਕਦਾ ਕਿਸੇ ਭੱਟ ਨੇ ਆਪਣੀ ਰਚਨਾ ਪਹਿਲਾਂ ਸੁਣਾਈ, ਕਿਸੇ ਨੇ ਬਾਅਦ ਦੇ ਵਿੱਚ ਸੁਣਾਈ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨੂੰ ਇੱਕ ਤਰਤੀਬ ਦੇ ਦਿੱਤੀ। ਇਸ ਤੋਂ ਪਹਿਲਾਂ ਸਵਈਆਂ ਦੇ ਵਿੱਚ ਜ਼ਿਕਰ ਆਇਆ ਸੀ ਗੁਰੂ 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 ਜਪ ਪ੍ਰਾਨੀਓ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ। ਭਾਵ ਕਿ ਪਹਿਲਾਂ ਜਿਹੜੇ ਇੰਜ ਰੋਜ਼ਾਨਾ ਗੁਰੂ ਸ਼ਬਦ ਦੀ ਆਰਾਧਨਾ ਕਰਦੇ ਸਨ ਭੱਟ ਸਾਹਿਬਾਨ, ਜਦੋਂ ਉਹਨਾਂ ਦੀ ਸੁਰਤ ਸਿਖਰ 'ਤੇ ਚਲੀ ਗਈ ਅਤੇ ਸਾਰੇ ਬ੍ਰਹਿਮੰਡ ਦੇ ਵਿੱਚ ਉਹਨਾਂ ਨੂੰ ਗੁਰੂ ਦੇ ਪ੍ਰਕਾਸ਼ ਨਜ਼ਰ ਆਇਆ, ਫਿਰ ਉਹਨਾਂ ਨੇ ਵਾਹਿਗੁਰੂ ਸ਼ਬਦ ਦੇ ਨਾਲ ਸੰਬੋਧਨ ਕੀਤਾ। ਇਸੇ ਤਰ੍ਹਾਂ ਭੱਟ ਸਾਹਿਬਾਨ ਦੀ ਜ਼ਿਕਰ ਕਰਦੇ ਹਨ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ।
ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ। ਸ੍ਰੀ ਕ੍ਰਿਸ਼ਨ ਦਾ ਰੂਪਕ ਜੋ ਭਾਰਤ ਦੀ ਸਾਰੀ ਜਿਤਨਾ ਕਾਵਿ ਸ਼ਾਸਤਰ ਹੈ ਉਹਦੇ ਵਿੱਚ ਬੜਾ ਪ੍ਰਸਿੱਧ ਹੈ। ਭਾਵੇਂ ਬਾਂਸੁਰੀ ਦਾ ਸੰਗੀਤ ਹਜ਼ਾਰਾਂ ਵਜਾਉਂਦੇ ਹਨ, ਪਰ ਸ੍ਰੀ ਕ੍ਰਿਸ਼ਨ ਦੀ ਪ੍ਰਸਿੱਧ ਇਸ ਕਰਕੇ ਭੱਟ ਸਾਹਿਬਾਨ, ਕਿਉਂਕਿ ਉਹ ਵੈਦਿਕ ਪਿਛੋਕੜ ਵਿੱਚੋਂ ਆਏ ਸਨ। ਇਸ ਕਰਕੇ ਉਹਨਾਂ ਦੇ ਕੋਲ ਉਹ ਬਿਰਤਾਂਤ ਹੈ। ਭੱਟ ਸਾਹਿਬਾਨ ਜੀ ਆਖਦੇ ਹਨ ਕਿ ਜਿਵੇਂ ਸ੍ਰੀ ਕ੍ਰਿਸ਼ਨ ਜੀ ਦਾ ਪੀਤ ਭਾਵ ਪੀਲਾ ਜਿਹੜੇ ਉਹਨਾਂ ਨੇ ਵਸਤਰ ਧਾਰਨ ਕੀਤੇ ਹਨ, ਉਹ ਬੜੇ ਮਨ ਨੂੰ ਮੋਹਦੇ ਹਨ। ਕੁੰਦ ਦਸਨ ਅਤੇ ਉਹਨਾਂ ਦੇ ਮਰਤਬਾਨ ਦੇ ਖੇੜੇ ਵਿੱਚ ਖਿੜੇ ਹੋਏ ਫੁੱਲ ਵਰਗੇ ਜਿਹੜੇ ਦੰਦ ਹਨ। ਪ੍ਰਿਆ ਸਹਿਤ ਦਾ ਭਾਵ ਰਾਧਿਕਾ ਦੇ ਨਾਲ, ਕੰਠਮਾਲ ਦਾ ਭਾਵ ਕਿ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਗਲੇ ਵਿੱਚ ਮਾਲਾ ਪਹਿਨੀ ਹੋਈ ਹੈ। ਮੁਕਟ ਸੀਸ, ਜਿਨ੍ਹਾਂ ਦੇ ਸੀਸ ਦੇ ਉੱਪਰ ਮੁਕਟ ਸੌਂਦਾ ਹੈ ਅਤੇ ਉਹਦੇ ਉੱਪਰ ਮੋਰ ਪੰਖ ਜਿਹੜਾ ਸ਼ੋਭਾ ਪਾਉਂਦਾ ਹੈ। ਇਹ ਸ੍ਰੀ ਕ੍ਰਿਸ਼ਨ ਭਗਤੀ ਦਾ ਰੂਪਕ ਹੈ। ਪਰ ਭੱਟ ਸਾਹਿਬਾਨ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੀ ਸੁਰਤ ਵਿੱਚ ਵਸਾ ਕੇ ਜ਼ਿਕਰ ਕਰਦੇ ਹਨ ਪੀਤ ਬਸਨ, ਭਾਵ ਕਿ ਜਿੰਨਾ ਵੀ ਸੰਸਾਰ ਦੇ ਜਿੰਨੇ ਵੀ ਰੰਗ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਰਮ ਸਰੂਪ ਤੋਂ ਪੈਦਾ ਹੋਏ ਹਨ, ਸਾਰੇ ਹੀ ਸਿੱਖਾਂ ਦੇ ਮਨ ਨੂੰ ਮੋਹਣ ਵਾਲੇ ਹਨ। ਭਾਵ ਕਿ ਉਹਨਾਂ ਨੇ ਤਾਂ ਇੱਕ ਰੰਗ ਜਿਹੜਾ ਨਿਸ਼ਚਿਤ ਕਰ ਦਿੱਤਾ, ਉਹਦੇ ਕਰਕੇ ਉਹਨਾਂ ਦਾ ਨਾਮ ਪੀਤਾੰਬਰ ਪੈ ਗਿਆ। ਪਰ ਭੱਟ ਸਾਹਿਬਾਨ ਜੀ ਆਖਦੇ ਨੇ ਪੀਤ ਬਸਨ, ਕਿ ਗੁਰੂ ਰਾਮਦਾਸ ਸਾਹਿਬ ਜੀ, ਕਿਉਂਕਿ ਵਾਹਿਗੁਰੂ ਸ਼ਬਦ ਕਿਹਾ ਹੈ, ਅਤੇ ਵਾਹਿਗੁਰੂ ਸ਼ਬਦ ਨੂੰ ਜਦੋਂ ਧਿਆਨ 'ਚ ਰੱਖਾਂਗੇ ਤਾਂ ਇਹ ਕਹਾਂਗੇ ਕਿ ਭੱਟ ਸਾਹਿਬਾਨਾਂ ਨੇ ਗੁਰੂ ਨੂੰ ਸਾਰੇ ਬ੍ਰਹਿਮੰਡ 'ਚ ਦੇਖਿਆ ਹੈ, ਅਤੇ ਇਸ ਬ੍ਰਹਿਮੰਡ ਦੇ ਵਿੱਚ ਇੱਕ ਨਹੀਂ ਕਰੋੜਾਂ ਰੰਗ ਹਨ, ਅਤੇ ਉਹਨਾਂ ਕਰੋੜਾਂ ਰੰਗਾਂ ਕਰਕੇ ਹੀ ਇਹ ਜਿਹੜੀ ਕਾਇਨਾਤ ਹੈ ਬੜੀ ਸੁੰਦਰ ਅਤੇ ਬੜੀ ਮਨਮੋਹਕ ਲੱਗਦੀ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਪੀਤ ਬਸਨ, ਕਿ ਸੰਸਾਰ ਦੇ ਜਿੰਨੇ ਰੰਗਾਂ ਦੇ ਨਾਲ ਆਕਾਸ਼ ਦੇ ਵਿੱਚ 7 ਰੰਗਾਂ ਦੀ ਪੀਂਘ ਬਣਦੀ ਹੈ। ਆਕਾਸ਼ ਦਾ ਰੰਗ ਨੀਲਾ ਹੈ, ਬਨਸਪਤੀ ਦੇ ਵਿੱਚ ਹਰੇ ਦੀ ਭਰਪੂਰਤਾ ਹੈ। ਜਲ ਜਿਹੜਾ ਪ੍ਰਮੁੱਖ ਸਰੋਤ ਹੈ ਉਹਦਾ ਕੋਈ ਰੰਗ ਹੀ ਨਹੀਂ। ਹਵਾ ਜਿਹੜੀ ਹੈ ਉਹਦਾ ਵੀ ਕੋਈ ਆਪਣਾ ਰੰਗ ਨਹੀਂ, ਕੋਈ ਰੂਪ ਨਹੀਂ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਪੀਤ ਬਸਨ, ਸੰਸਾਰ ਦੇ ਜਿੰਨੇ ਰੰਗਾਂ ਦਾ ਅਥਾਹ ਖੇਲ ਰਚਿਆ ਹੈ, ਜਿਹੜਾ ਮਨ ਨੂੰ ਮੋਹਦਾ ਹੈ, ਉਹ ਸਾਰਾ ਤੁਹਾਡੇ ਸਰੂਪ ਦਾ ਪ੍ਰਗਟਾਵਾ ਹੈ। ਕੁੰਦ ਦਸਨ, ਅਤੇ ਜਿਹੜੇ ਮਰਤਬਾਨ ਦੇ ਫੁੱਲ, ਉਹਦੇ ਮਰਤਬਾਨ ਦੇ ਵਿੱਚ ਇੱਕ ਫੁੱਲ ਖਿੜਿਆ ਹੁੰਦਾ ਹੈ ਅਤੇ ਉਹ ਬੜਾ ਸੁੰਦਰ ਲੱਗਦਾ। ਸਾਰੇ ਜਿਹੜੇ ਜਲ ਦੇ ਵਿੱਚ ਇਕੱਲਾ ਇੱਕ ਫੁੱਲ ਖਿੜਿਆ ਹੁੰਦਾ ਹੈ। ਤਾਂ ਭੱਟ ਸਾਹਿਬਾਨ ਜੀ ਆਖਦੇ ਨੇ ਕੁੰਦ ਦਸਨ, ਭਾਵ ਕਿ ਆਪ ਜੀ ਨੇ ਫਿਰ ਸਾਰੀ ਸ੍ਰਿਸ਼ਟੀ ਰਚਨਾ ਰਚ ਕੇ ਉਹਦੇ ਅੰਦਰ ਆਪਣੇ ਗੁਣਾਂ ਦਾ ਪ੍ਰਕਾਸ਼, ਜਿਨ੍ਹਾਂ ਜਗਿਆਸੂਆਂ ਦੀ ਸੁਰਤ ਨਿਰਮਲ ਹੋ ਗਈ ਹੈ, ਉਸ ਦੇ ਅੰਦਰ ਕੀਤਾ ਹੋਇਆ ਹੈ। ਪ੍ਰਿਆ ਸਹਿਤ, ਅਤੇ ਜਿਵੇਂ ਕ੍ਰਿਸ਼ਨ ਰਾਧਿਕਾ ਦੇ ਸਹਿਤ ਹਨ, ਆਪ ਜੀ ਨੇ ਮਾਇਆ ਨੂੰ ਧਾਰਨ ਕੀਤਾ ਹੈ, ਕਿ ਮਾਇਆ ਨੂੰ ਧਾਰਨ ਕਰਕੇ ਸਾਰੇ ਜਗਤ ਦਾ ਖੇਲ ਰਚ ਰਹੇ ਹੋ। ਕੰਠ ਮਾਲ, ਅਤੇ ਆਪ ਜੀ ਦੇ ਗਲੇ ਵਿੱਚ ਜਿਹੜੀ ਮਾਲਾ ਹੈ ਉਹ ਪਰਮੇਸ਼ਰ ਦੇ ਜਸ ਕੀਰਤੀ ਦੀ ਮਾਲਾ ਹੈ। ਭਾਵ ਕਿ ਸਾਡੇ ਕੰਠ ਤੋਂ ਹੀ ਸਵਾਸ ਚੱਲਦੇ ਹਨ। ਅਤੇ ਆਖਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਕੰਠ ਕੀ ਹੈ, ਕਿ ਸਾਰੀ ਸ੍ਰਿਸ਼ਟੀ ਆਪ ਦੇ ਗੁਣਾਂ ਦਾ ਗਾਇਨ ਕਰਕੇ ਹਿਰਦੇ ਅੰਦਰ ਆਪ ਜੀ ਦੇ ਗੁਣ ਧਾਰਨ ਕਰ ਰਹੀ ਹੈ। ਮੁਕਟ ਸੀਸ, ਅਤੇ ਭਗਤੀ ਦਾ ਮੁਕਟ, ਭਗਤੀ ਦਾ ਸੇਵਾ ਸਿਮਰਨ ਦਾ ਮੁਕਟ। ਮੁਕਟ ਦਾ ਭਾਵ ਇਹ ਹੈ ਕਿ ਜਿਹਦੇ ਨਾਲ ਸਿਰ ਸੋਹਣਾ ਲੱਗਣ ਲੱਗ ਪਵੇ। ਅਤੇ ਗੁਰੂ ਰਾਮਦਾਸ ਸਾਹਿਬ ਜੀ ਗੁਰਿਆਈ ਦੇ ਮਾਲਕ ਬਣੇ। ਉਹਨਾਂ ਦੀ ਸਾਧਨਾ ਕੀ ਸੀ ਕਿ ਉਹਨਾਂ ਨੇ ਅਥਾਹ ਸੇਵਾ ਪ੍ਰੇਮ ਪ੍ਰਤੀਤ ਸਮਰਪਣ ਭਾਵ ਦੇ ਵਿੱਚ ਕੀਤੀ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਸਿਰ ਸੀਸ ਉੱਪਰ ਭਗਤੀ ਦਾ, ਨਿਮਰਤਾ ਦਾ, ਸੇਵਾ ਸਿਮਰਨ ਦਾ ਸ਼ੁਭ ਮੁਕਟ ਸੁਹਾਉਂਦਾ ਹੈ। ਮੋਰ ਪੰਖ ਚਾਹੇ ਜੀਓ, ਅਤੇ ਫਿਰ ਮੋਰ ਪੰਖ ਹੋਰ ਜ਼ਿਆਦਾ ਤੁਹਾਡੇ ਮੁਕਟ ਦੀ ਸ਼ੋਭਾ ਵਧਾਉਂਦੇ ਹਨ। ਭਾਵ ਕਿ ਜਿਨ੍ਹਾਂ ਨੇ ਭਗਤੀ ਸਿਮਰਨ ਦੇ ਭਾਵ ਨਾਲ ਆਪਣੇ ਜੀਵਨ ਰੰਗ ਲਏ ਹਨ। ਜਿਵੇਂ ਮੋਰ ਪੰਖ ਦੇ ਵਿੱਚ ਜਿਹੜਾ ਕਈ ਤਰ੍ਹਾਂ ਦੇ ਰੰਗ ਇਕੱਠੇ ਹੁੰਦੇ ਹਨ, ਕਿ ਜਿਨ੍ਹਾਂ ਨੇ ਭਗਤੀ ਦੇ ਨਾਲ ਆਪਣੇ ਜੀਵਨ ਨੂੰ ਰੰਗ ਲਿਆ ਹੈ, ਉਹਨਾਂ ਦੇ ਜੀਵਨ ਦੇ ਵਿੱਚ ਫਿਰ ਆਪ ਜੀ ਦੇ ਜਸ ਦੀ ਸ਼ੋਭਾ ਐਸੀ ਜਿਹੜੀ ਪਸਰੀ ਹੈ ਕਿ ਉਹ ਸਾਰਿਆਂ ਨੂੰ ਮੋਰ ਪੰਖ ਵਾਂਗ ਝੂਲਦੀ ਹੋਈ ਮੋਹਿਤ ਕਰਦੀ ਹੈ। ਬੇਵਜੀਰ ਵੱਡੇ ਧੀਰ
ਧਰਮ ਅੰਗ ਅਲਖ ਅਗੰਮ ਖੇਲ ਕੀਆ ਆਪਣੇ ਉਸ਼ਾਹੇ ਜੀਓ। ਤੇ ਆਖਦੇ ਹੋ ਕਿ ਆਪ ਜੀ ਐਸੇ ਕਰਤਾ ਪੁਰਖ ਸਿਰਜਣਹਾਰ ਹੋ ਬੇਵਜ਼ੀਰ, ਭਾਵ ਕਿ ਕਿਸੇ ਰਾਜੇ ਨੇ ਸ਼ਾਸਨ ਚਲਾਉਣਾ ਹੁੰਦਾ ਹੈ, ਉਹਨੂੰ ਕਿਸੇ ਵਜ਼ੀਰ ਦੀ ਅੱਗੇ ਹੋਰ ਕਈ ਅਧਿਕਾਰੀਆਂ ਦੀ ਲੋੜ ਪੈਂਦੀ ਹੈ। ਪਰ ਭੱਟ ਸਾਹਿਬਾਨ ਜੀ ਆਖਦੇ ਨੇ ਗੁਰੂ ਰਾਮਦਾਸ ਸਾਹਿਬ ਜੀ ਸੰਸਾਰ 'ਤੇ ਆਪ ਜੀ ਦਾ ਅਧਿਆਤਮਿਕ ਰਾਜ ਪਸਰਿਆ ਹੋਇਆ ਹੈ। ਹਰਿਮੰਦਰ ਦੇ ਰੂਪ ਵਿੱਚ ਧਰਤੀ 'ਤੇ ਆਪ ਜੀ ਦਾ ਰਾਜ ਸਿੰਘਾਸਣ ਵੀ ਮੌਜੂਦ ਹੈ, ਪਰ ਸਾਰੀ ਸ੍ਰਿਸ਼ਟੀ ਦਾ ਸ਼ਾਸਨ ਚਲਾਉਣ ਦੇ ਲਈ, ਸਾਰੀ ਸ੍ਰਿਸ਼ਟੀ ਦੇ ਸ਼ਾਸਨ ਦਾ ਮਤਲਬ ਕਿ ਜਿਹੜੇ ਜੀਵ ਅਗਿਆਨ ਵਿੱਚ ਚਲੇ ਗਏ ਹਨ, ਉਹਨਾਂ ਦੇ ਕਰਮਾਂ ਨੂੰ ਨਾ ਵਾਚ ਕੇ ਉਹਨਾਂ ਨੂੰ ਅਗਿਆਨ ਦੀ ਦਲਦਲ 'ਚੋਂ ਕੱਢਣਾ, ਜਿਹੜੇ ਭਗਤੀ ਮਾਰਗ 'ਤੇ ਚੱਲਦਿਆਂ ਨਿਰਾਸ਼ ਹੋ ਗਏ ਹਨ, ਉਹਨਾਂ ਦੇ ਹਿਰਦੇ ਦੀ ਨਿਰਾਸ਼ਾ ਨੂੰ ਆਪਣੇ ਦਰਸ਼ਨਾਂ ਦੀ ਮਿਹਰਾਮਤ ਦੇ ਨਾਲ ਦੂਰ ਕਰਨਾ। ਭੱਟ ਸਾਹਿਬਾਨ ਆਖਦੇ ਨੇ ਸਾਰੀ ਸ੍ਰਿਸ਼ਟੀ ਦੀ ਜਿਹੜੀ ਸੱਤਾ ਚਲਾਉਣੀ ਹੈ ਗੁਰੂ ਸਾਹਿਬ ਜੀ ਬੇਵਜ਼ੀਰ, ਆਪ ਜੀ ਨੂੰ ਕਿਸੇ ਵਜ਼ੀਰ ਦੀ ਕਿਸੇ ਸਲਾਹਕਾਰ ਦੀ ਲੋੜ ਨਹੀਂ ਪੈਂਦੀ। ਕਿਉਂ ਨਹੀਂ ਪੈਂਦੀ? ਕਿਉਂਕਿ ਆਪ ਜੀ ਅੰਤਰਜਾਮੀ ਹੋ। ਹੁਣ ਜਿਵੇਂ ਆਮ ਕਰਕੇ ਰਾਜਾ ਆਪਣੇ ਮਹਿਲ 'ਚ ਬੈਠਾ ਰਹਿੰਦਾ ਹੈ, ਉਹਨੂੰ ਨਹੀਂ ਪਤਾ ਕਿ ਉਹਦੀ ਰਾਜ ਦੀ ਕਿਸ ਹੱਦ ਦੇ ਵਿੱਚ, ਕਿਸ ਕੋਨੇ ਵਿੱਚ ਕੀ ਹੋ ਰਿਹਾ, ਕੌਣ ਦੁਖੀ ਹੈ ਅਤੇ ਕੌਣ ਸੁਖੀ ਹੈ। ਪਰ ਸਤਿਗੁਰੂ ਨੂੰ ਵਜ਼ੀਰ ਦੀ ਲੋੜ ਕਿਉਂ ਨਹੀਂ ਪੈਂਦੀ? ਭੱਟ ਸਾਹਿਬਾਨ ਆਖਦੇ ਨੇ ਕਿਉਂਕਿ ਅੰਤਰਜਾਮੀ ਹੋ। ਜਿੰਨੀ ਰਚਨਾ ਰਚੀ ਹੈ ਸਾਰੀ ਰਚਨਾ ਦੇ ਅੰਦਰ ਵੀ ਆਪ ਹੋ ਅਤੇ ਬਾਹਰ ਵੀ ਆਪ ਹੋ। ਜਦੋਂ ਆਪ ਜੀ ਦੇ ਰਚੇ ਹੋਏ ਜੀਵ ਦੁੱਖ ਸੁੱਖ ਦੇ ਵਿੱਚ, ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਜਿਵੇਂ ਦੀ ਵੇਦਨਾ ਵਿੱਚ ਹੁੰਦੇ ਹਨ, ਉਵੇਂ ਦਾ ਆਪ ਜੀ ਨੂੰ ਪਤਾ ਲੱਗ ਜਾਂਦਾ, ਕਿਉਂਕਿ ਅੰਤਰ ਸਰੂਪ ਰਮੇ ਹੋ। ਉਵੇਂ ਹੀ ਫਿਰ ਉਹਨਾਂ ਦੀ ਕਿਰਪਾ ਕਰਕੇ ਨਿਵਾਰਨ ਕਰ ਦਿੰਦੇ ਹੋ। ਇਸ ਕਰਕੇ ਆਪ ਜੀ ਨੂੰ ਕਿਸੇ ਸਲਾਹਕਾਰ ਦੀ ਲੋੜ ਨਹੀਂ। ਬੜੇ ਧੀਰ ਧਰਮ ਅੰਗ। ਅਤੇ ਆਖਦੇ ਹਨ ਕਿ ਆਪ ਜੀ ਦਾ ਜਿਹੜਾ ਭਾਵ ਕਿ ਜੀਵਨ ਦਾ ਸਭ ਤੋਂ ਵੱਡਾ ਪੱਖ ਹੈ ਕਿ ਆਪ ਜੀ ਨੇ ਜਿਹੜਾ ਵਜ਼ੀਰ ਹੈ ਉਹ ਅਸਲ ਦੇ ਵਿੱਚ ਧੀਰਜ ਧਰਮ ਨੂੰ ਹੀ ਬਣਾਇਆ ਹੋਇਆ ਹੈ। ਧੀਰਜ ਧਰਮ ਦਾ ਭਾਵ ਇਹ ਹੈ ਕਿ ਜਿਵੇਂ ਅਸੀਂ ਧਰਮ ਦੇ ਸ਼ੁਭ ਗੁਣ ਗ੍ਰਹਿਣ ਕਰਦੇ ਹਾਂ, ਜਿਵੇਂ ਆਪਣੇ ਮਨ 'ਚ ਸੰਕਲਪ ਕਰ ਲਈ ਕਿ ਅੱਜ ਦਇਆ ਦੇ ਸਹਿਤ ਸਾਰਾ ਦਿਨ ਵਿਚਰਨਾ ਹੈ, ਪਰ ਜਦੋਂ ਅਗਲਾ ਕੋਈ ਬਹੁਤ ਦਫਾ ਕ੍ਰੋਧ ਦੇ ਨਾਲ ਜਾਂ ਕਿਸੇ ਦਵੈਸ਼ ਦੇ ਨਾਲ ਸਾਡੇ ਨਾਲ ਪੇਸ਼ ਆਵੇਗਾ, ਤਾਂ ਹੋ ਸਕਦਾ ਸਾਡਾ ਦਇਆ ਨੂੰ ਦ੍ਰਿੜ ਕਰਨ ਦੇ ਲਈ ਕੀਤਾ ਹੋਇਆ ਪ੍ਰਣ ਡੋਲ ਜਾਵੇ ਅਤੇ ਫਿਰ ਅਸੀਂ ਆਮ ਉਸੇ ਤਰ੍ਹਾਂ ਦੀ ਪ੍ਰਵਿਰਤੀ ਵਿੱਚ ਆ ਜਾਈਏ। ਭੱਟ ਸਾਹਿਬਾਨ ਆਖਦੇ ਨੇ ਬੜੇ ਧੀਰ ਧਰਮ, ਕਿ ਆਪ ਜੀ ਨੇ ਧਰਮ ਨੂੰ ਧੀਰਜ ਰੂਪ ਦੇ ਵਿੱਚ ਗ੍ਰਹਿਣ ਕੀਤਾ ਹੈ। ਧੀਰਜ ਦਾ ਭਾਵ ਹੈ ਕਿ ਆਪ ਜੀ ਦੀ ਦਇਆ, ਆਪ ਜੀ ਦੀ ਨਿਮਰਤਾ, ਆਪ ਜੀ ਦੀ ਖਿਮਾ ਦਾ ਗੁਣ ਐਡਾ ਵੱਡਾ ਹੈ ਕਿ ਸਾਰਾ ਸੰਸਾਰ ਵੀ ਅਪਰਾਧੀ ਹੋ ਕੇ ਦੁਸ਼ਟ ਹੋ ਜਾਵੇ ਤਾਂ ਵੀ ਤੁਹਾਡੀ ਦਇਆ ਦਾ ਜਿਹੜਾ ਸਿੰਘਾਸਨ ਹੈ ਉਹ ਡੋਲਣ ਵਾਲਾ ਨਹੀਂ। ਸਾਰੇ ਸੰਸਾਰ ਦੇ ਵਿੱਚ ਕ੍ਰੋਧਤਾਈ ਉੱਤਰ ਆਵੇ ਤਾਂ ਵੀ ਆਪ ਜੀ ਉਹਨਾਂ ਦੇ ਪ੍ਰਤੀ ਸਹਿਣਸ਼ੀਲ ਸਰੂਪ ਰਹੋਗੇ। ਇਸ ਕਰਕੇ ਗੁਰੂ ਸਾਹਿਬ ਜੀ, ਆਪ ਜੀ ਦਾ ਜਿਹੜਾ ਵਜ਼ੀਰ ਹੈ ਉਹ ਧਰਮ ਦਾ ਸਿਖਰਲਾ ਧੀਰਜ ਹੈ। ਅਲਖ ਅਗੰਮ, ਅੱਗੇ ਜ਼ਿਕਰ ਕੀਤਾ ਧਰਮ ਅੰਗ। ਹੁਣ ਜਿਵੇਂ ਕਈ ਵਾਰੀ ਗੁਣ ਧਾਰਨ ਕਰਦੇ ਹਨ ਕਿ ਕੁਝ ਕੁ ਮਹੀਨੇ ਉਹਨਾਂ ਗੁਣਾਂ ਦਾ ਪ੍ਰਭਾਵ ਰਹਿੰਦਾ ਹੈ, ਫਿਰ ਬੰਦਾ ਛੱਡ ਦਿੰਦਾ ਹੈ। ਅਤੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਆਪ ਜੀ ਨੇ ਧਰਮ ਨੂੰ ਪਹਿਲਾਂ ਧੀਰਜ ਰੂਪ ਦੇ ਵਿੱਚ ਸਿਖਰ ਨਾਲ ਕਮਾਇਆ ਹੈ, ਫਿਰ ਉਹਨੂੰ ਅੰਗ ਕਰਕੇ ਧਾਰਨ ਕੀਤਾ ਹੈ। ਭਾਵ ਕਿ ਅੰਗ ਦਾ ਭਾਵ ਇਹ ਹੈ, ਹੁਣ ਜਿਵੇਂ ਹੱਥ ਹੈ, ਹੱਥਾਂ ਦਾ ਕੰਮ ਕੋਈ ਵਸਤੂ ਨੂੰ ਉਠਾਉਣਾ ਹੈ, ਝੱਟ ਹੱਥ ਕਿਸੇ ਵਸਤੂ ਨੂੰ ਉਠਾ ਲੈਂਦੇ ਹਨ। ਅੱਖਾਂ ਦਾ ਕੰਮ ਦੇਖਣਾ, ਅੱਖਾਂ ਨੂੰ ਪਹਿਲਾਂ ਇਹ ਸਬਕ ਥੋੜ੍ਹਾ ਦੱਸਣਾ ਪੈਂਦਾ ਹੈ ਕਿ ਫਲਾਣੀ ਚੀਜ਼ ਨੂੰ ਦੇਖੋ, ਕੁਦਰਤੀ ਦੇਖ ਰਹੀਆਂ ਹਨ। ਕੰਨਾਂ ਨੂੰ ਕਹਿਣਾ ਥੋੜ੍ਹਾ ਪੈਂਦਾ ਕਿ ਆਹ ਗੱਲ ਸੁਣੋ, ਕੰਨ ਕੁਦਰਤੀ ਸੁਣ ਰਹੇ ਹਨ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ ਧਰਮ ਅੰਗ, ਭਾਵ ਕਿ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਨੇ ਧਰਮ ਨੂੰ ਇਸ ਤਰ੍ਹਾਂ ਦ੍ਰਿੜ ਕੀਤਾ ਹੋਇਆ ਕਿ ਆਪ ਜੀ ਦਾ ਦੇਖਣਾ ਦਇਆ ਵਿੱਚ ਦੇਖਣਾ ਹੈ। ਆਪ ਜੀ ਕਿਸੇ ਨੂੰ ਇੰਜ ਨਹੀਂ ਦੇਖਦੇ ਕਿ ਉਹ ਮੰਦਾ ਹੈ, ਚੰਗਾ ਹੈ। ਆਪ ਜੀ ਦੀ ਦ੍ਰਿਸ਼ਟੀ ਦੇ ਵਿੱਚ ਦਇਆ ਹੈ, ਆਪ ਜੀ ਦੀ ਦ੍ਰਿਸ਼ਟੀ ਦੇ ਵਿੱਚ ਖਿਮਾ ਹੈ। ਹੁਣ ਜਿਹੜਾ ਜਗਿਆਸੂ ਹੋ ਕੇ ਆ ਗਿਆ ਉਹਦੇ ਉੱਪਰ ਦਇਆ ਕਰਨੀ ਹੈ, ਜਿਹੜਾ ਅਪਰਾਧੀ ਹੋ ਕੇ ਗੁਨਾਹ ਦੀ ਖਿਮਾ ਮੰਗਣ ਆ ਗਿਆ ਉਹਨੂੰ ਖਿਮਾ ਕਰਨੀ ਹੈ, ਜਿਹੜਾ ਦੁਸ਼ਟ ਹੋਣ ਦੇ ਬਾਵਜੂਦ ਵੀ ਆਪਣੇ ਗੁਨਾਹ ਨੂੰ ਕਬੂਲ ਨਹੀਂ ਕਰਦਾ ਉਹਦੇ ਪ੍ਰਤੀ ਸਹਿਣਸ਼ੀਲਤਾ ਧਾਰਨ ਕਰਕੇ ਉਹਨੂੰ ਉਪਦੇਸ਼ ਦੇਣਾ ਹੈ। ਇਸ ਕਰਕੇ ਆਖਦੇ ਨੇ ਕਿ ਆਪ ਜੀ ਦਾ ਦੇਖਣਾ ਸਾਰਾ ਕੁਝ ਗੁਣਾਂ ਦੇ ਸਹਿਤ ਹੋ ਗਿਆ। ਭਾਵ ਕਿ ਜਿਵੇਂ ਅੰਗ ਸਰੀਰ ਤੋਂ ਜੁਦਾ ਨਹੀਂ ਹੁੰਦੇ, ਉਸੇ ਤਰ੍ਹਾਂ ਹੀ ਆਪ ਜੀ ਦਾ ਧਰਮ ਦਾ ਦ੍ਰਿੜ ਕੀਤਾ ਹੋਇਆ ਸੁਭਾਅ
ਕਦੇ ਆਪ ਜੀ ਤੋਂ ਜੁਦਾ ਨਹੀਂ ਹੁੰਦਾ ਹੈ। ਅਲਖ ਅਗੰਮ ਖੇਲ ਕੀਆ ਆਪਣੇ ਉਸ਼ਾਹੇ ਦਿਓ। ਅਤੇ ਇਹ ਜਿਤਨਾ ਸਾਰਾ ਖੇਲ ਆ ਜਿਹੜਾ ਲਖਿਆ ਨਹੀਂ ਜਾ ਸਕਦਾ, ਜਿਹੜਾ ਮਨ ਬੁੱਧੀ ਦੀ ਪਹੁੰਚ ਨਾਲ ਆਪ ਜੀ ਦੇ ਸਾਰੇ ਖੇਲ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਹਿੰਦੇ ਆਪਣੇ ਉਸ਼ਾਹੇ ਦਿਓ, ਤੁਸੀਂ ਆਪਣੇ ਚਾਅ ਦੇ ਵਿੱਚ ਆ ਕੇ ਹੀ ਰਚਿਆ ਹੈ। ਅਕਥ ਕਥਾ ਕਥੀ ਨਾ ਜਾਏ, ਤੀਨ ਲੋਕ ਰਹਿਆ ਸਮਾਏ। ਸੁਤਹਿ ਸਿੱਧ ਰੂਪ ਧਰਿਓ, ਸਾਹਨ ਕੈ ਸਾਹੇ ਦਿਓ। ਅਤੇ ਭੱਟ ਸਾਹਿਬਾਨ ਜੀ ਆਖਦੇ ਨੇ ਕਿ ਭਾਵੇਂ ਬੜੇ ਵੇਦਾਂ ਸ਼ਾਸਤਰਾਂ ਨੇ ਆਪ ਜੀ ਦੇ ਰੂਪ ਨੂੰ ਕਥਿਆ, ਪਰ ਅਕਥ ਕਥਾ, ਕਿ ਅਕਥ ਕਥਾ ਜਿਹੜੀ ਹੈ ਉਹਨੂੰ ਕਥਨ ਦਾ ਯਤਨ ਤਾਂ ਕੀਤਾ ਜਾ ਸਕਦਾ ਹੈ, ਪਰ ਇੰਨੀ ਜ਼ਿਆਦਾ ਅੱਗੇ ਅੱਗੇ ਵੱਧ ਜਾਵੇਗੀ ਕਿ ਫਿਰ ਇੱਕ ਸਮੇਂ 'ਤੇ ਜਾ ਕੇ ਆਪਣੀ ਅਲਪਗਤਾ ਪਤਾ ਲੱਗੇਗੀ ਕਿ ਇਹ ਕਥੀ ਨਹੀਂ ਜਾ ਸਕਦੀ, ਕਿਉਂਕਿ ਤੀਨ ਲੋਕ ਰਹਿਆ ਸਮਾਏ। ਹੁਣ ਜਿਵੇਂ ਸਾਡੀ ਜਿੰਨੇ ਬ੍ਰਹਿਮੰਡ ਦੇ ਵਿੱਚ ਕਿੰਨੇ ਗ੍ਰਹਿ ਉਪਗ੍ਰਹਿ ਨੇ, ਸਾਡੀ ਦ੍ਰਿਸ਼ਟੀ ਬਸ 3 ਚੀਜ਼ਾਂ ਨੂੰ ਦੇਖਦੀ ਹੈ, ਸੂਰਜ, ਚੰਦਰਮਾ ਅਤੇ ਤਾਰੇ। ਹੋਰ ਕਿੰਨੇ ਗ੍ਰਹਿ ਹਨ ਅਸੀਂ ਨਹੀਂ ਦੇਖ ਸਕਦੇ, ਭਾਵੇਂ ਸਾਡੀ ਨਜ਼ਰ ਉੱਥੋਂ ਤੱਕ ਜਾ ਵੀ ਰਹੀ ਹੈ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਕਿ ਗੁਰੂ ਸਾਹਿਬ ਜੀ, ਅਸੀਂ ਤਾਂ ਤੁਹਾਡੇ ਕੌਤਕ ਨੂੰ ਮਾਤ ਲੋਕ 'ਤੇ ਹੀ ਇੰਨਾ ਭਰਪੂਰ ਦੇਖਿਆ ਹੈ। ਆਕਾਸ਼ ਦੇ ਵਿੱਚ ਵੀ ਉਹਦੀਆਂ ਝਲਕਾਂ ਦੇਖੀਆਂ ਹਨ, ਪਤਾਲ ਦੇ ਵਿੱਚ ਵੀ ਝਲਕਾਂ ਦੇਖੀਆਂ ਹਨ। ਇਸ ਸਭ ਨੂੰ ਦੇਖ ਕੇ ਸਾਨੂੰ ਪਤਾ ਲੱਗਿਆ ਹੈ, ਇਹ ਅਨੁਭਵ ਹੋਇਆ ਹੈ ਕਿ ਜਿਹੜੀ ਹਸਤੀ 3 ਲੋਕਾਂ ਦੇ ਵਿੱਚ ਵਿਆਪਤ ਹੋਵੇ, ਅਤੇ ਉਹਨੂੰ ਹਸਤੀ ਨੂੰ ਕਹਿਣ ਵਾਲਾ ਵੀ 3 ਲੋਕਾਂ ਦੇ ਵਿੱਚ ਵਿਆਪਤ ਹੋਣਾ ਚਾਹੀਦਾ ਹੈ। ਇਸ ਕਰਕੇ ਬਾਣੀ ਵਿੱਚ ਵਾਕ ਹੁੰਦਾ, ਇਹ ਵੱਡ ਉੱਚਾ ਹੋਵੇ ਕੋਇ ਤੇ ਸੂਚੇ ਕੋ ਜਾਣੈ ਸੋਏ, ਕਿ ਜੇ ਉਹਦੇ ਜਿੰਨਾ ਕੋਈ ਉੱਚਾ ਹੋਵੇ ਤਾਂ ਉਹਦਾ ਕੋਈ ਬਿਆਨ ਕਰ ਸਕੇਗਾ, ਪਰ ਉਹਦੇ ਬਰਾਬਰ ਦੂਜਾ ਕੋਈ ਬਣਿਆ ਨਹੀਂ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਗੁਰੂ ਸਾਹਿਬ ਜੀ ਆਪ ਜੀ ਦੀ ਹਸਤੀ 3 ਲੋਕਾਂ ਵਿੱਚ ਸਮਾਈ ਹੋਈ ਹੈ। ਅਸੀਂ ਕੇਵਲ ਮਾਤ ਲੋਕ ਦੇ ਵਾਸੀ ਹਾਂ। ਦ੍ਰਿਸ਼ਟੀ ਤਾਂ ਜਾ ਸਕਦੀ ਹੈ, ਜਿਵੇਂ ਅਸੀਂ ਵਸਤੂਆਂ ਨੂੰ ਦੇਖਣਾ ਹੋਵੇ ਤਾਂ ਵਸਤੂਆਂ ਜਿਹੜੀਆਂ ਨੇੜੇ ਹਨ ਉਹ ਜ਼ਿਆਦਾ ਸਪਸ਼ਟ ਨਜ਼ਰ ਆਉਂਦੀਆਂ ਹਨ, ਦੂਰ ਦੀਆਂ ਵਸਤਾਂ ਧੁੰਦਲੀਆਂ ਹੋਈ ਜਾਂਦੀਆਂ ਹਨ ਜਾਂ ਉਹਨਾਂ ਦਾ ਸਹੀ ਰੂਪ ਨਹੀਂ ਪਤਾ ਲੱਗਦਾ। ਇਸ ਕਰਕੇ ਆਖਦੇ ਨੇ ਕਿ ਆਕਾਸ਼ ਦੇ ਵਿੱਚ ਸਾਨੂੰ ਇੰਨਾ ਤਾਂ ਪਤਾ ਕਿ ਤੁਹਾਡੀ ਰਹਿਮਤ ਵਰਸ ਰਹੀ ਹੈ, ਪਰ ਉਹ ਰਹਿਮਤ ਦਾ ਪੂਰਾ ਰੂਪ ਕੀ ਹੈ ਇਹ ਨਹੀਂ ਸਮਝ 'ਚ ਆਉਂਦਾ। ਇਸ ਕਰਕੇ ਆਖਦੇ ਹਨ, ਤੀਨ ਲੋਕ ਰਹਿਆ ਸਮਾਏ, ਸੁਤਹਿ ਸਿੱਧ ਰੂਪ ਧਰਿਓ। ਹੁਣ ਸਾਡਾ ਜਿਹੜਾ ਮਨੁੱਖਾਂ ਦਾ ਜਨਮ ਹੈ, ਕਾਰਨ ਜਨਮ ਹੈ। ਕਾਰਨ ਜਨਮ ਦਾ ਮਤਲਬ ਹੈ ਕਿਸੇ ਪੂਰਬਲੇ ਜਨਮ ਵਿੱਚ ਵਾਸਨਾ ਤ੍ਰਿਸ਼ਨਾ ਦੇ ਵਿੱਚ ਰਹੇ ਹਾਂ, ਤਾਂ ਕਰਕੇ ਅੱਗੇ ਕਾਰਨ ਸਰੀਰ ਮਿਲਿਆ ਹੋਇਆ। ਪਰ ਭੱਟ ਸਾਹਿਬਾਨ ਆਖਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਕਾਰਨ ਸਰੀਰ ਨਹੀਂ ਹੋ, ਆਪ ਜੀ ਸਹਿ ਭੰਗ ਸਰੂਪ ਹੋ ਕਿ ਜਿਹੜੀ ਸ੍ਰਿਸ਼ਟੀ ਆਪ ਜੀ ਨੇ ਰਚੀ ਹੈ, ਜਦੋਂ ਉਹਦੇ 'ਤੇ ਪਰਮ ਦਿਆਲਤਾ ਕਰਨੀ ਸੀ ਤੇ ਆਪ ਜੀ ਨੇ ਆਪਣਾ ਸਰੂਪ ਸਹਿ ਭੰਗ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ। ਸ਼ਾਹਨ ਕੈ ਸਾਹੇ ਜੀਓ, ਅਤੇ ਸਾਰਿਆਂ ਦੇ ਸ਼੍ਰੋਮਣੀ ਸ਼ਾਹ ਮਾਲਕ ਹੋ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ, ਵਾਹਿਗੁਰੂ 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 ਵਾਹਿ ਜੀਓ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ, ਸਤਿਗੁਰੂ ਸਾਹਿਬ ਜੀ ਸਤ ਸਾਚ ਸਦੀਵੀ ਹੈ ਆਪ ਜੀ ਦਾ ਸਿੰਘਾਸਣ, ਰਾਜ ਸਿੰਘਾਸਣ, ਅਧਿਆਤਮਿਕ ਸਿੰਘਾਸਣ, ਹਰ ਯੁੱਗ ਦੇ ਵਿੱਚ ਸੱਚਾ ਹੈ। ਸ੍ਰੀ ਨਿਵਾਸ ਆਪ ਜੀ ਦਾ ਨਿਵਾਸ ਅਟਲ ਹੈ, ਅਡੋਲ ਹੈ, ਅਬਚਲ ਹੈ। ਆਦਿ ਪੁਰਖ ਜਦੋਂ ਤੋਂ ਸੰਸਾਰ ਦੀ ਰਚਨਾ ਹੋ ਰਹੀ ਹੈ, ਹਰ ਸਮੇਂ ਆਪ ਜੀ ਵਿਆਪਕ ਹੋ। ਸਦਾ ਤੂੰ ਹੀ, ਸਦਾ ਇੱਕ ਸਾਰੇ ਯੁੱਗਾਂ ਦੇ ਵਿੱਚ ਤੁਹਾਡੇ ਸਰੂਪ ਦੀ ਹੀ ਆਰਾਧਨਾ ਕੀਤੀ ਜਾਂਦੀ। ਇਸ ਕਰਕੇ ਵਾਹਿਗੁਰੂ 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 ਵਾਹਿ ਜੀਓ, ਭਾਵ ਕਿ ਆਪ ਜੀ ਅਦਭੁਤ ਹੋ। ਅਦਭੁਤ ਦਾ ਭਾਵ ਇਹ ਹੈ ਕਿ ਪਹਿਲਾਂ ਜਦੋਂ ਤੱਕ ਆਪਣੀ ਸੁਰਤ ਦਾ ਪੂਰਾ ਆਪ ਜੀ ਦੀ ਕਿਰਪਾ ਨਹੀਂ ਸੀ ਹੋਈ, ਅਤੇ ਸੁਰਤ ਨੂੰ ਇਹ ਅਨੁਭਵ ਹੁੰਦਾ ਸੀ ਕਿ ਗੁਰੂ ਕੇ ਕਿਤਨੇ ਕੁ ਨਾਮ ਹੋ ਸਕਦੇ ਹਨ। ਜਿਵੇਂ ਸਾਨੂੰ ਹੁਣ ਕੁਦਰਤੀ ਪਤਾ ਹੈ ਕਿ ਜਿਵੇਂ ਅਸੀਂ ਬਾਣੀ ਦੇ ਵਿੱਚ ਵੀ ਲਗਾਤਾਰ ਪੜ੍ਹਦੇ ਜਾਈਏ ਤਾਂ ਸਾਨੂੰ ਇੰਨਾ ਲੱਗੇਗਾ ਕਿ ਪਰਮੇਸ਼ਰ ਦੇ 2-3 ਹਜ਼ਾਰ ਨਾਮ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਾਹੁੰਦੇ ਨੇ, ਵੱਧ ਨਹੀਂ ਆਉਂਦੇ। ਪਰ ਜਦੋਂ ਸਹੰਸਰਨਾਮਾ ਟ੍ਰੈਡੀਸ਼ਨ ਪੜ੍ਹੀ ਦੀ ਹੈ ਤਾਂ ਪਰਮੇਸ਼ਰ ਦੇ 24,000 ਨਾਮ ਇੱਕ ਪੁਸਤਕ ਮਿਲ ਜਾਂਦੇ ਹਨ। ਫਿਰ ਬੰਦਾ ਸੋਚਦਾ ਆ ਵੀ ਨਾਮ ਹੈ ਪਰਮੇਸ਼ਰ ਦਾ। ਇਸ ਕਰਕੇ ਜਦੋਂ ਗੁਰੂ ਸਾਹਿਬਾਨਾਂ ਨੇ ਭੱਟ ਸਾਹਿਬਾਨਾਂ ਦੇ ਉੱਪਰ ਮਿਹਰ ਕੀਤੀ ਤਾਂ ਫਿਰ ਉਹਨਾਂ ਨੂੰ ਪਰਮੇਸ਼ਰ ਦੇ ਹਜ਼ਾਰਾਂ ਨਾਵਾਂ ਦਾ ਬੋਧ ਹੋਇਆ। ਫਿਰ ਉਹਨਾਂ ਨੇ ਕਿਹਾ ਅਦਭੁਤ,
ਕਿ ਇਹ ਤਾਂ ਬੜਾ ਕਮਾਲ ਹੈ, ਅਸੀਂ ਤਾਂ ਇੰਨਾ ਕਿ ਜਾਣਿਆ ਸੀ, ਇਹ ਤਾਂ ਉਹਦੇ ਤੋਂ ਕਿਤੇ ਅਸੀਮ ਹੈ, ਪਾਰਾਵਾਰ ਅਗੰਮ ਅਥਾਹ ਹੈ। ਫਿਰ ਆਖਦੇ ਹਨ ਵਾਹਿਗੁਰੂ ਬੜਾ ਅਨੂਠਾ ਹੈ। ਅਸੀਂ ਜਾਣਿਆ ਕਿ ਕੇਵਲ ਉਹ ਮਨੁੱਖਤਾ ਵਿੱਚ ਵਸਦਾ ਹੈ। ਫਿਰ ਪਤਾ ਲੱਗਾ ਕਿ ਉਹਨੇ ਆਪਣਾ ਪ੍ਰਕਾਸ਼ ਪਸ਼ੂਆਂ ਵਿੱਚ ਵੀ ਕੀਤਾ ਹੋਇਆ ਹੈ। ਪਸ਼ੂਆਂ ਦੇ ਵਿੱਚ ਜਿਵੇਂ ਕੋਇਲ ਦੇ ਅੰਦਰ ਸੰਗੀਤ ਰੂਪ ਗੁਣ ਹੋ ਕੇ ਪ੍ਰਭੂ ਰਮਿਆ ਹੈ, ਇਸੇ ਤਰ੍ਹਾਂ ਹਰੇਕ ਜਿਹੜੀ ਵੀ ਰਚਨਾ ਕੋਈ ਹੈ, ਮਨੁੱਖ ਦੇ ਅੰਦਰ ਉਹਨੇ ਆਪਣੀ ਚੇਤਨਾ ਕਰਕੇ ਪ੍ਰਕਾਸ਼ ਕਰ ਦਿੱਤਾ ਹੈ। ਪਰ ਜਿਹੜੀ ਬਾਕੀ ਬਨਸਪਤੀ ਜੀਵ ਜੰਤੂ ਹਨ, ਉਹਨਾਂ ਦੇ ਅੰਦਰ ਆਪਣਾ ਆਪਣਾ ਇੱਕ ਗੁਣ ਪਾ ਦਿੱਤਾ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਅਨੂਠਾ ਹੈ। ਅੱਗੇ ਆਖਦੇ ਹਨ ਵਾਹਿਗੁਰੂ ਅਨੂਪਮ ਹੈ, ਕਿ ਜਿਸ ਰੂਪ ਦੇ ਵਿੱਚ ਵੀ ਕਲਪਨਾ ਕਰੋ ਉਂਝ ਸਾਨੂੰ ਸ੍ਰਿਸ਼ਟੀ ਚੰਗੀ ਨਹੀਂ ਲੱਗਦੀ, ਜਾਂ ਉਹਦੇ ਵਿੱਚ ਕਈ ਨੁਕਸ ਨਜ਼ਰ ਆਉਂਦੇ ਹਨ। ਪਰ ਕਹਿੰਦੇ ਜੇ ਗੁਰੂ ਰੂਪ ਦੇ ਵਿੱਚ ਦੇਖੀਏ ਤਾਂ ਸ੍ਰਿਸ਼ਟੀ ਦੀ ਕੋਈ ਵਸਤੂ ਬੇਅਰਥ ਜਾਂ ਬੇਗੁਣ ਨਹੀਂ ਹੈ, ਸਾਰੀ ਗੁਣਾ ਸਹਿਤ। ਇਸ ਕਰਕੇ ਬੜੀ ਅਨੂਪਮ ਹੈ। ਤਾਂ ਕਰਕੇ 3 ਦਫਾ ਵਾਹਿਗੁਰੂ ਆ ਕੇ ਆਖਦੇ ਹਨ ਵਾਹੇ ਜੀਓ। ਅਤੇ ਸਤਿਗੁਰੂ ਸਾਹਿਬ ਜੀ ਸਦਾ ਹੀ ਤੁਹਾਡੇ ਅਪਾਰ ਅਗੰਮ ਅਗੋਚਰ ਦੀ ਸਿਫਤ ਹੋਵੇ, ਅਤੇ ਮੈਂ ਸਦਾ ਹੀ ਇਸ ਨੂੰ ਵਾਹੇ ਭਾਵ ਅਚਰਜ ਕਹਿਣਾ ਬਣਦਾ ਹੈ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਹੁਣ ਪਹਿਲਾਂ ਭੱਟ ਸਾਹਿਬਾਨਾਂ ਨੇ ਜ਼ਿਕਰ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਿ ਤਿੰਨਾਂ ਲੋਕਾਂ ਦੇ ਵਿੱਚ ਆਪ ਜੀ ਦਾ ਸਰੂਪ ਰਮਿਆ ਹੈ। ਹੁਣ ਅਸੀਂ ਆਕਾਸ਼ ਦੇ ਵਿੱਚ ਸਤਿਗੁਰੂ ਦਾ ਸਰੂਪ ਨਹੀਂ ਭਾਲ ਸਕਦੇ, ਉਹ ਉਦੋਂ ਪਤਾ ਲੱਗੇਗਾ ਜਦੋਂ ਸਿਮਰਨ ਦੇ ਨਾਲ ਸੁਰਤ ਉਚੇਰੀ ਹੋ ਜਾਏਗੀ। ਤਾਂ ਭੱਟ ਸਾਹਿਬਾਨ ਜੀ ਆਖਦੇ ਨੇ ਕਿ ਆਪ ਜੀ ਇਸ ਯੁੱਗ ਵਿੱਚ ਪ੍ਰਗਟੇ ਹੋ, ਅਤੇ ਆਪ ਜੀ ਗੁਰੂ ਰੂਪ ਹੋ ਕੇ ਪ੍ਰਗਟੇ ਹੋ, ਪਰ ਆਪ ਜੀ ਦਾ ਸਰੂਪ ਸਤ ਭਾਵ ਸਦੀਵ ਹੈ। ਇਸ ਕਰਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ 3 ਦਫਾ ਜ਼ਿਕਰ ਕਰਦੇ ਹਨ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਕਿ ਆਪ ਜੀ ਪਰਮੇਸ਼ਰ ਦਾ ਪਰਮ ਸਰੂਪ ਹੋ। ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਰ ਨਿਹ ਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਓ। ਤਾਂ ਹੁਣ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਸ੍ਰਿਸ਼ਟੀ ਦੇ ਉੱਪਰ ਮਿਹਰ ਰੂਪ ਪ੍ਰਕਾਸ਼ ਕਿਵੇਂ ਹੋ ਰਿਹਾ ਹੈ। ਜ਼ਿਕਰ ਕਰਦੇ ਹਨ ਬਲਹਿ ਮਲਨ, ਕਿ ਜਿਵੇਂ ਭੱਟ ਸਾਹਿਬਾਨਾਂ ਨੇ ਕਿਹਾ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਵਈਆਂ ਵਿੱਚ ਜ਼ਿਕਰ ਆਇਆ ਸੀ ਕਲਯੁਗ ਪ੍ਰਮਾਣ ਨਾ, ਉਹਦੇ ਵਿੱਚ ਜ਼ਿਕਰ ਆਇਆ ਸੀ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਬਲਹਿ ਛਲਨ, ਕਿ ਬਲ ਰਾਜੇ ਨੂੰ ਛਲਣ ਵਾਲਾ ਬਾਉਣਾ ਰੂਪ ਅਵਤਾਰ ਵੀ ਆਪ ਜੀ ਹੀ ਸੀ। ਸਬਲ ਮਲਨ, ਅਤੇ ਜਿਹੜੇ ਹੰਕਾਰ ਕਰਕੇ ਆਪ ਜੀ ਦੇ ਭਗਤ ਜਨਾਂ ਨੂੰ ਦੁੱਖ ਦੇਣ ਵਾਲੇ ਹਨ, ਹਰਨਾਕਸ਼ ਆਦਿਕ ਵਰਗੇ, ਉਹਨਾਂ ਦੇ ਹੰਕਾਰ ਨੂੰ, ਸਬਲ ਦਾ ਭਾਵ ਹੰਕਾਰ, ਮਲਣ ਦਾ ਭਾਵ ਮਲਣ ਵਾਲੇ, ਨਾਸ਼ ਕਰਨ ਵਾਲੇ ਆਪ ਹੋ। ਭਗਤ ਫਲਨ, ਅਤੇ ਜਿਹੜੇ ਭਗਤਾਂ ਨੇ ਆਪ ਜੀ ਦੇ ਸਰੂਪ ਦੇ ਪ੍ਰਤੀ ਸ਼ਰਧਾ ਪ੍ਰੀਤ ਅਤੇ ਸਿਮਰਨ ਦੇ ਭਾਵ ਧਾਰਨ ਕੀਤੇ ਹਨ, ਉਹਨਾਂ ਨੂੰ ਫਲ ਦੇਣ ਵਾਲੇ ਹੋ। ਕਾਨ ਕੁੰਵਰ, ਕਿ ਭਾਵ ਜਿਵੇਂ ਸ਼੍ਰੀ ਕ੍ਰਿਸ਼ਨ ਨੂੰ ਰਾਜਕੁਮਾਰਾਂ ਦੇ ਰਾਜਕੁਮਾਰ ਆਖਿਆ ਜਾਂਦਾ ਹੈ, ਇਸੇ ਤਰ੍ਹਾਂ ਆਖਦੇ ਹਨ ਕਿ ਉਹਨਾਂ ਦੇ ਸਰੂਪ ਦੁਆਰਾ ਜਿਤਨੀ ਸ਼ੋਭਾ ਦਾ ਆਪ ਜੀ ਨੇ ਪ੍ਰਗਟਾਵਾ ਕੀਤਾ ਹੈ, ਉਹ ਵੀ ਸਾਰਾ ਆਪ ਜੀ ਹੀ ਹੋ। ਨਿਹ ਕਲੰਕ ਬਜੀ ਡੰਕ, ਅਤੇ ਅੱਗੇ ਜਿਹੜੇ ਅਵਤਾਰ ਹੋਣੇ ਹਨ, ਭਾਵ ਕਿ ਆਪ ਜੀ ਦੇ ਸਰੂਪ ਨੂੰ ਕੋਈ ਕਲੰਕ ਨਹੀਂ ਹੈ, ਬਿਲਕੁਲ ਆਪ ਜੀ ਪ੍ਰਕਾਸ਼ ਰੂਪ ਹੋ। ਅਤੇ ਜਦੋਂ ਸ੍ਰਿਸ਼ਟੀ 'ਤੇ ਆਪ ਜੀ ਚੜ੍ਹੇ ਹੋ, ਅਤੇ ਆਪ ਜੀ ਦੀ ਸਿਫਤ ਦਾ ਐਸਾ ਨਗਾਰਾ ਵੱਜਿਆ ਹੈ, ਐਸਾ ਡੰਕਾ ਵੱਜਿਆ ਹੈ, ਚੜ੍ਹੂ ਦਲ ਰਵਿੰਦ ਜੀਓ, ਕਿ ਜਿਵੇਂ ਸੂਰਜ ਅਤੇ ਚੰਦਰਮਾ ਰਚ ਕੇ ਮਾਲਕ ਨੇ ਸਾਰੀ ਸ੍ਰਿਸ਼ਟੀ ਦਾ ਹਨੇਰਾ ਦੂਰ ਕੀਤਾ ਹੈ, ਇਵੇਂ ਆਪ ਜੀ ਨੇ ਆਪਣੇ ਸਰਗੁਣ ਅਤੇ ਨਿਰਗੁਣ ਸਰੂਪ ਦਾ ਪ੍ਰਕਾਸ਼ ਕਰਕੇ ਸਾਰੀ ਮਾਨਵਤਾ ਨੂੰ ਰੌਸ਼ਨ ਕੀਤਾ ਹੈ। ਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਫਨਿੰਦ ਜੀਓ। ਤਾਂ ਜ਼ਿਕਰ ਕਰਦੇ ਹਨ ਰਾਮ ਰਵਣ, ਕਿ ਜਿਵੇਂ ਰਾਮ ਦੀ ਸੈਨਾ ਲੈ ਕੇ ਚੜ੍ਹਦੇ ਹਨ, ਇਵੇਂ ਆਪ ਜੀ ਰਾਮ ਰੂਪ ਭਾਵ ਕਿ ਆਪ ਜੀ ਦੇ ਸਿਮਰਨ ਦੇ ਨਾਲ ਜਿਹੜਾ ਹਿਰਦੇ ਵਿੱਚ ਆਪ ਜੀ ਦੇ ਨਾਮ ਦਾ ਰਵਣ ਕਰਦਾ ਹੈ, ਦੁਰਤ ਦਵਣ, ਉਹਦੇ ਦੁੱਖ ਨਾਸ਼ ਹੋ ਜਾਂਦੇ ਹਨ। ਸਕਲ ਭਵਨ, ਹਰੇਕ ਆਕਾਰ ਦੇ ਅੰਦਰ, ਹਰੇਕ ਰਚਨਾ ਦੇ ਅੰਦਰ ਆਪ ਜੀ ਜੋਤ ਸਰੂਪ ਕਰਕੇ ਪ੍ਰਕਾਸ਼ਿਤ ਹੋ ਵਸੇ ਹੋ। ਕੁਸਲ ਕਰਨ, ਅਤੇ ਸਾਰੀ ਰਚਨਾ ਨੂੰ ਆਪ ਹੀ ਸਾਧ ਕੇ
ਆਪ ਹੀ ਪ੍ਰਤਪਾਲਣਾ ਕਰਕੇ ਸੰਭਾਲਦੇ ਹੋ ਸਰਬ ਭੂਤ। ਤੇ ਜਿਤਨੀਆਂ ਆਤਮਾਵਾਂ ਹਨ ਸਾਰੀਆਂ ਤੁਹਾਡੇ ਸਰੂਪ ਤੋਂ ਪੈਦਾ ਹੋਈਆਂ ਹਨ। ਆਪ ਹੀ ਦੇਵਾਦ ਦੇਵ ਤੇ ਸੰਸਾਰ ਦੇ ਜਿੰਨੇ ਦੇਵਤੇ ਹਨ ਉਹਨਾਂ ਦੇ ਪ੍ਰਮੁੱਖ ਦੇਵ ਆਪ ਜੀ ਹੋ। ਸਹਿਸ ਮੁਖ ਫਨਿੰਦ ਜੀਓ। ਤੇ ਜਿਹੜੀ ਸ਼ੇਸ਼ਨਾਗ ਨੂੰ ਰੋਜ਼ਾਨਾ 1000 ਨਾਮ ਉਚਾਰਨ ਦੀ ਸਮਰੱਥਾ ਦਿੱਤੀ ਹੈ, 1000 ਜਿਹਬਾ ਦੇ ਕੇ, ਉਹ ਵੀ ਆਪ ਜੀ ਦਾ ਹੀ ਕਿਰਪਾ ਸਰੂਪ ਹੈ। ਜਰਮ ਕਰਮ ਮੱਛ ਕਛ ਹੁਅ ਬਰਾਹਾ, ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਤਾਂ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਹਨ ਜਰਮ ਕਰਮ ਮੱਛ ਕਛ। ਕਹਿੰਦੇ ਜਿਹੜੇ ਆਪ ਜੀ ਵਿਸ਼ਨੂੰ ਦੇ 24 ਅਵਤਾਰ ਸਰੂਪ ਹੋ ਕੇ ਪ੍ਰਗਟੇ ਹੋ, ਹਰੇਕ ਅਵਤਾਰ ਨੇ ਆਪੋ ਆਪਣੇ ਜਿੰਮੇ ਲੱਗੇ ਹੋਏ ਸੰਸਾਰ ਦੀ ਕਲਿਆਣ ਕੀਤੀ। ਤਾਂ ਇਸੇ ਤਰ੍ਹਾਂ ਆਖਦੇ ਹਨ ਕਿ ਜਮਨਾ ਕੈ ਕੂਲ, ਕਿ ਭਾਵ ਜਮਨਾ ਦੇ ਕੰਢੇ 'ਤੇ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਖੇਲ ਖੇਲਦੇ ਹਨ, ਇਵੇਂ ਆਪ ਜੀ ਨੇ ਸੰਸਾਰ ਦਾ ਖੇਲ ਰਚਿਆ ਹੋਇਆ ਹੈ। ਤੇ ਖੇਲ ਦੇ ਮੱਧ ਵਿੱਚ ਤੇ ਖੇਲ ਦੇ ਅੰਦਰ ਤੇ ਸਾਰੇ ਖੇਲ ਦੀ ਨਿਗਰਾਨੀ ਕਰਨ ਵਾਲੇ ਵੀ ਆਪ ਜੀ ਹੀ ਹੋ। ਨਾਮ ਸਾਰ ਹੀਏ ਧਾਰ, ਤਜ ਵਿਕਾਰ ਮਨ ਗਇੰਦ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਤਾਂ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਭੱਟ ਗਇੰਦ ਜੀ ਕਿ ਹੇ ਮੇਰੇ ਮਨ, ਜਿਹੜਾ ਸਾਰੇ ਦ੍ਰਿਸ਼ ਵਰਣਨ ਕੀਤੇ ਹਨ ਕਿ ਉਹ ਆਪਣੇ ਭਗਤਾਂ ਦੀ ਪੁਕਾਰ ਸੁਣਨ ਵਾਲਾ ਹੈ, ਹੰਕਾਰੀਆਂ ਦਾ ਨਾਸ਼ ਕਰਨ ਵਾਲਾ ਹੈ, ਤੇ ਜਿਹਦੇ ਸਿਮਰਨ ਦੇ ਨਾਲ ਦੁੱਖ ਪਾਪ ਸਾਰੇ ਨਾਸ਼ ਹੋ ਜਾਂਦੇ ਹਨ। ਭੱਟ ਸਾਹਿਬਾਨ ਆਖਦੇ ਹਨ ਇਹੀ ਨਾਮ ਸਾਰ ਹੈ। ਭਾਵ ਕਿ ਜੇ ਇਹਨਾਂ ਸਾਰੇ ਗੁਣਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਵਿੱਚ ਵੇਖ ਕੇ ਤੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰੋਗੇ। ਭੱਟ ਗਇੰਦ ਜੀ ਆਖਦੇ ਹਨ ਨਾਮ ਸਾਰ ਹੀਏ ਧਾਰ, ਆਪਣੇ ਹਿਰਦੇ ਅੰਦਰ ਧਾਰਨ ਕਰੋ। ਇਹਦਾ ਭਾਵ ਇਹ ਨਹੀਂ ਕਿ ਗੁਣ ਦ੍ਰਿੜ ਕਰ ਲਏ ਹਨ ਅਤੇ ਕਹਿਣਾ ਕਿ ਮੈਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਇੰਨੇ ਗੁਣਾਂ ਬਾਰੇ, ਉਹਨਾਂ ਦੇ ਅਥਾਹ ਗੁਣਾਂ ਬਾਰੇ ਪਤਾ ਲੱਗ ਗਿਆ। ਜਾਣਕਾਰੀ ਨਹੀਂ ਕਹਿੰਦੇ ਰੱਖਣੀ, ਹਿਰਦੇ ਅੰਦਰ ਧਾਰਨ ਕਰਨਾ ਹੈ। ਇਸ ਕਰਕੇ ਤਜ ਵਿਕਾਰ, ਕਿ ਜਿਹੜੇ ਮਨ 'ਚ ਪਹਿਲਾਂ ਵਿਕਾਰ ਬਣੇ ਹੋਏ ਹਨ ਉਹਨਾਂ ਨੂੰ ਅੰਦਰੋਂ ਕੱਢ ਦਿਓ। ਤੇ ਫਿਰ ਭੱਟ ਗਇੰਦ ਜੀ ਆਖਦੇ ਹਨ ਕਿ ਫਿਰ ਸਤਿਗੁਰੂ ਸਰੂਪ ਦਾ ਹਿਰਦੇ ਅੰਦਰ ਵਾਸਾ ਹੋਏਗਾ ਅਤੇ ਸਤਿਗੁਰੂ ਪਰਮੇਸ਼ਰ ਦਾ ਰਮਿਆ ਹੋਇਆ ਸਰੂਪ ਦਾ ਓਜ ਗੁਰਸਿੱਖ ਨੂੰ ਨਜ਼ਰ ਆਵੇਗਾ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਹੁਣ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੇ ਇੱਕ ਪਰਮ ਸਰੂਪ ਦਾ ਜ਼ਿਕਰ ਕੀਤਾ ਹੈ ਕਿ ਜਿਵੇਂ ਹੁਣ ਜੇ ਅਸੀਂ ਜਦੋਂ ਗੁਰੂ ਨੂੰ ਕੇਵਲ ਗੁਰੂ ਆਖਦੇ ਹਾਂ ਤਾਂ ਗੁਰੂ ਸ਼ਬਦ ਆਖਣ ਦੇ ਨਾਲ ਕੀ ਹੁੰਦਾ ਹੈ ਕਿ ਇਹ ਕੇਵਲ ਗਿਆਨ ਦਾ ਪ੍ਰਕਾਸ਼ਕ ਹੈ। ਅਤੇ ਫਿਰ ਗਿਆਨ ਦਾ ਪ੍ਰਕਾਸ਼ਕ ਤਾਂ ਅਸੀਂ ਉਦੋਂ ਸਮਝਾਂਗੇ ਜਦੋਂ ਗੁਰੂ ਜੋਤ ਨੇ ਸਰਗੁਣ ਰੂਪ ਧਾਰਨ ਕੀਤਾ। ਅਤੇ ਇਹਦਾ ਭਾਵ ਹੈ ਕਿ ਜਿਹੜੀ ਗੁਰੂ ਜੋਤ ਸਰਗੁਣ ਦੇ ਵਿੱਚ ਜਦੋਂ ਪ੍ਰਗਟੀ ਕੀ ਕੇਵਲ ਉਦੋਂ ਹੀ ਗਿਆਨ ਦਾ ਪ੍ਰਕਾਸ਼ ਹੋਇਆ। ਗਿਆਨ ਦਾ ਪ੍ਰਕਾਸ਼ ਤਾਂ ਜਦੋਂ ਤੋਂ ਸ੍ਰਿਸ਼ਟੀ ਆਰੰਭ ਹੋਈ ਹੈ ਉਦੋਂ ਤੋਂ ਹੀ ਹੋ ਰਿਹਾ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਸ੍ਰੀ ਦਾ ਭਾਵ ਹੁੰਦਾ ਮਾਇਆ, ਮਾਇਆ ਪਦ ਦੇ ਲਈ ਸ੍ਰੀ ਪਦ ਵਰਤਿਆ ਜਾਂਦਾ ਹੈ। ਪਰ ਭੱਟ ਸਾਹਿਬਾਨ ਆਖਦੇ ਹਨ ਸ੍ਰੀ ਗੁਰੂ, ਭਾਵ ਕਿ 3 ਦਫਾ ਕਿਹਾ ਕਿ ਗੁਰੂ ਸਾਹਿਬ ਜੀ ਕਿ ਪਹਿਲੇ ਯੁੱਗਾਂ ਦੇ ਵਿੱਚ ਵੀ ਆਪ ਜੀ ਗੁਰੂ ਸਰੂਪ ਹੋ ਕੇ ਵਿਦਮਾਨ ਸੀ, ਕਿ ਜਿਹੜਾ ਬਲ ਰਾਜੇ ਦਾ ਬਣਿਆ ਹੋਇਆ ਹੰਕਾਰ ਸੀ ਉਹਨੂੰ ਗਿਆਨ ਦੇ ਨਾਲ ਟਕੋਰਨਾ ਸੀ, ਨਾਸ਼ ਕਰਨਾ ਸੀ। ਆਪ ਜੀ ਨੇ ਬੌਣਾ ਰੂਪ ਧਰਿਆ ਅਤੇ ਜਿਹੜਾ ਏਡਾ ਵੱਡਾ ਰਾਜਾ ਜਿਹੜਾ ਇੰਨਾ ਪ੍ਰਵੀਨ ਹੋਵੇ ਉਹਨੂੰ ਵੀ ਛਲ ਲੈਣਾ ਅਤੇ ਛਲ ਇਸ ਤਰ੍ਹਾਂ ਦਾ ਕਰਨਾ ਕਿ ਫਿਰ ਆਪਣੇ ਸਰੂਪ ਦਾ ਪ੍ਰਗਟਾਵਾ ਕਰ ਲੈਣਾ। ਫਿਰ ਜਿਵੇਂ ਹੁਣ ਕਹਿੰਦੇ ਜੀ ਪਰਮੇਸ਼ਰ ਨੇ ਬਲ ਰਾਜੇ ਨੂੰ ਛਲਿਆ, ਉਹਦੇ ਨਾਲ ਧੋਖਾ ਕੀਤਾ ਕਿ ਜੇ ਪਹਿਲਾਂ ਹੀ ਉਹਨੂੰ ਐਡਾ ਵੱਡਾ ਹੋ ਕੇ ਦਿਖਾ ਦਿੰਦਾ ਤਾਂ ਸ਼ਾਇਦ ਬਲ ਰਾਜਾ ਆਗਿਆ ਨਾ ਕਰਦਾ। ਇਸ ਤਰ੍ਹਾਂ ਦਾ ਇੱਕ ਸ਼ੰਕਾ ਪੈਦਾ ਹੁੰਦਾ ਹੈ। ਪਰ ਉਹਦੇ ਸ਼ੰਕੇ ਦਾ ਉੱਤਰ ਇਹ ਹੈ ਕਿ ਪਰਮੇਸ਼ਰ ਦੇ ਤੇ ਨਿਰਗੁਣ ਅਤੇ ਸਰਗੁਣ ਰੂਪ ਹਨ। ਸਾਨੂੰ ਉਹਦੇ ਦੋਵੇਂ ਸਰੂਪ ਇਕੱਠੇ ਆਪਣੀ ਸੁਰਤ ਵਿੱਚ ਰੱਖਣੇ ਚਾਹੀਦੇ ਹਨ ਕਿ ਉਹ ਜਦੋਂ ਚਾਹੇ ਆਪਣਾ ਵਿਸਥਾਰ ਕਰ ਸਕਦਾ ਹੈ, ਜਦੋਂ ਚਾਹੇ ਆਪਣੇ ਆਪ ਨੂੰ ਸਮੇਟ ਸਕਦਾ ਹੈ। ਜਬੁਦ ਕਰਖ ਕੀਆ ਕਰਤਾਰਾ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ ਗੁਰੂ ਸਾਹਿਬ ਜੀ ਸ੍ਰੀ ਗੁਰੂ ਕਿ ਸਤਯੁੱਗ ਦੇ ਵਿੱਚ ਵੀ ਆਪ ਜੀ ਨੇ ਗਿਆਨ ਦੇ ਪ੍ਰਕਾਸ਼ਕ ਰਹੇ ਹੋ, ਤ੍ਰੇਤੇ ਦੇ ਵਿੱਚ ਵੀ, ਦੁਆਪਰ ਦੇ ਵਿੱਚ ਵੀ ਪ੍ਰਕਾਸ਼ ਕੀਤਾ ਹੈ।
ਤੇ ਹੁਣ ਕਲਯੁਗ ਦੇ ਵਿੱਚ ਪ੍ਰਤੱਖ ਗੁਰੂ ਹੋ ਕੇ ਪ੍ਰਗਟੇ ਹੋ। ਤੇ ਆਪ ਜੀ ਦਾ ਸਤ ਸਰੂਪ ਸਦੀਵ ਹੈ। ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਨ ਮੰਤਰ ਇਹ। ਤਾਂ ਭੱਟ ਸਾਹਿਬਾਨ ਜੀ ਆਖਦੇ ਹਨ, ਹੇ ਮੇਰੇ ਮਨ, ਜੋ ਗੁਰੂ ਨੇ ਕਿਹਾ ਹੈ ਬਾਣੀ ਰੂਪ ਦੇ ਵਿੱਚ, ਬਚਨ ਰੂਪ ਦੇ ਵਿੱਚ, ਆਗਿਆ ਰੂਪ ਦੇ ਵਿੱਚ ਜੋ ਕੋਈ ਵੀ ਕਿਹਾ ਹੈ, ਮਾਨ, ਗੁਰ ਕਹਿਆ ਮਾਨ, ਉਵੇਂ ਹੀ ਮੰਨ ਲੈ। ਕਿਉਂਕਿ ਜੇ ਸਤਿਗੁਰੂ ਸਰੂਪ ਨੇ ਕਿਹਾ ਹੈ ਤਾਂ ਇਹ ਜੁਗੋ ਜੁਗ ਅਟਲ ਬਾਤ ਹੈ। ਇਹ ਨਹੀਂ ਕਿ ਸਤਿਗੁਰੂ ਦੇ ਬਚਨਾਂ 'ਤੇ ਅੱਜ ਚੱਲਣਾ ਸ਼ੁਰੂ ਕਰਾਂਗੇ ਅਤੇ ਕੱਲ੍ਹ ਜਦੋਂ ਸਮਾਂ ਬਦਲੇਗਾ ਅਤੇ ਸਤਿਗੁਰੂ ਦੇ ਬਚਨਾਂ ਦੇ ਜਿਹੜੇ ਅਰਥ ਹਨ ਉਹ ਜਾਂ ਤਾਂ ਬਹੁਤ ਘੱਟ ਜਾਣਗੇ ਜਾਂ ਬਿਲਕੁਲ ਹੀ ਰਹਿਤ ਹੋ ਜਾਣਗੇ। ਐਸਾ ਨਹੀਂ ਹੋਏਗਾ। ਕਹਿਣ ਲੱਗੇ ਸਤਿਗੁਰੂ ਦੇ ਵਾਕ ਹਰ ਯੁੱਗ ਵਿੱਚ ਅਟਲ ਰਹਿਣੇ ਹਨ। ਇਸ ਕਰਕੇ ਗੁਰੂ ਕਾ ਕਿਹਾ ਮਨ ਨਿਜ ਨਿਧਾਨ। ਅਤੇ ਜਦੋਂ ਇਹ ਗੁਰੂ ਕਾ ਕਿਹਾ ਮੰਨਿਆ, ਤੇਰੇ ਹਿਰਦੇ ਅੰਦਰ ਐਸਾ ਖਜ਼ਾਨਾ ਪ੍ਰਗਟ ਹੋਵੇਗਾ। ਅਤੇ ਭੱਟ ਸਾਹਿਬਾਨ ਆਖਦੇ ਹਨ, ਸੱਚ ਜਾਨ, ਕਿਤੇ ਰਾਈ ਭਰ ਵੀ ਸ਼ੰਕਾ ਜਾਂ ਦੁਬਿਧਾ ਨਾ ਰਹਿ ਜੇ। ਪੂਰੀ ਤਰ੍ਹਾਂ ਸੱਚ ਜਾਣ ਲੈ। ਇਹ ਮੰਤਰ ਆਪਣੇ ਹਿਰਦੇ ਅੰਦਰ ਦ੍ਰਿੜ ਕਰ ਲੈ। ਨਿਸ ਬਾਸੁਰ ਹੋਏ ਕਲਿਆਣ, ਲਹੇ ਪਰਮ ਗਤ ਜੀਓ। ਕਿ ਜਿਹੜੇ ਸਤਿਗੁਰੂ ਦੇ ਮੰਤਰ ਨੂੰ ਭਾਵ ਕੇ ਸ਼ਬਦ ਨੂੰ ਹਿਰਦੇ ਅੰਦਰ ਸੱਚ ਜਾਣ ਕੇ ਦ੍ਰਿੜ ਕਰ ਲੈਂਦੇ ਹਨ ਅਤੇ ਦਿਨ ਰਾਤ ਉਹਦੀ ਆਰਾਧਨਾ ਕਰਦੇ ਹਨ, ਉਹਦੇ ਸਦਕਾ ਜੀਵਾਂ ਦੀ ਕਲਿਆਣ ਹੋ ਜਾਂਦੀ ਹੈ ਅਤੇ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਹਨ। ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਧੋਹ, ਹਉਮੈ ਕਾ ਫੰਦ ਕਾਟ, ਸਾਧ ਸੰਗ ਰਤ ਜੀਓ। ਅਤੇ ਜੇ ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮ ਗਤ ਨੂੰ ਪ੍ਰਾਪਤ ਹੋਣਾ, ਭੱਟ ਸਾਹਿਬਾਨ ਜੀ ਆਖਦੇ ਹਨ ਕਿ ਜਿਹੜੇ ਹਿਰਦੇ ਵਿੱਚ ਸਤਿਗੁਰੂ ਦਾ ਮੰਤਰ ਵਸਾਉਣਾ, ਪਹਿਲਾਂ ਉਹਨੂੰ ਸਾਫ਼ ਕਰ ਲਓ। ਕਹਿੰਦੇ ਇਸ ਕਰਕੇ ਸਤਿਗੁਰੂ ਦੀ ਸ਼ਬਦ ਦੀ ਵਿਚਾਰ ਕਰ, ਅਤੇ ਸ਼ਬਦ ਦੀ ਵਿਚਾਰ ਜ਼ਿਕਰ ਆਇਆ ਸਾਧ ਸੰਗ ਰਤ ਜੀਓ। ਜੀਵਨ ਦੇ ਵਿੱਚ ਮੈਂ ਕਈ ਦਫਾ ਬਾਣੀ ਦੀ ਜਦ ਖੁਦ ਵਿਚਾਰ ਕਰਦਾ, ਠੀਕ ਹੈ ਦੁਨੀਆ ਬੜੀ ਅਕਲਵਾਨ ਹੈ, ਬੜੀ ਬਾਰੀਕ ਮੱਤ ਵਾਲੇ ਬੰਦੇ ਮਿਲ ਜਾਂਦੇ ਹਨ, ਪਰ ਜੀਵਨ ਦਾ ਬਾਣੀ ਅਨੁਸਾਰ ਅਤੇ ਆਪਣੀ ਸਮਝ ਅਨੁਸਾਰ ਇਹ ਅਨੁਭਵ ਹੈ ਕਿ ਸ਼ਬਦ ਵਿਚਾਰ ਸਾਧ ਸੰਗਤ ਦੇ ਵਿੱਚ ਆਏ ਤੋਂ ਬਿਨਾਂ ਦ੍ਰਿੜ ਹੋ ਹੀ ਨਹੀਂ ਸਕਦੀ। ਜਿੰਨਾ ਚਿਰ ਸਾਧ ਸੰਗਤ ਦੇ ਵਿੱਚ ਨਹੀਂ ਜੁੜਦੇ, ਸ਼ਬਦ ਦਾ ਵਿਚਾਰ ਰੂਪ ਪ੍ਰਕਾਸ਼ ਸੁਰਤ ਅੰਦਰ ਹੋ ਹੀ ਨਹੀਂ ਸਕਦਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ, ਲੋਭ ਕ੍ਰੋਧ ਕਾਮ ਕ੍ਰੋਧ, ਕਿ ਜਿਹੜੇ ਪੰਜਾਂ ਵਿਕਾਰਾਂ ਦੇ ਫੁਰਨੇ ਹਨ, ਕਹਿੰਦੇ ਇਹਨਾਂ ਨੂੰ ਪਹਿਲਾਂ ਆਪਣੇ ਅੰਦਰੋਂ ਜਣ ਸਿਉ ਛਾੜ ਧੋਹ। ਫਿਰ ਇਕੱਲੇ ਇਕੱਲੇ ਦੇ ਨਾਲ ਜਿਹੜੀ ਠੱਗੀ ਕਰਦਾ ਹੈ, ਹਉਮੈ ਦੀ ਜਿਹੜੀ ਫੰਦ ਪਈ ਹੋਈ ਹੈ ਗਲੇ ਦੇ ਵਿੱਚ, ਭੱਟ ਸਾਹਿਬਾਨ ਜੀ ਆਖਦੇ ਹਨ ਕਿ ਇਹਨੂੰ ਕੱਟ ਦੇ, ਪਰ ਕੱਟੀ ਕਿਵੇਂ ਜਾਏਗੀ? ਸਾਧ ਸੰਗ ਰਤ ਜੀਓ। ਕਿ ਜਿਵੇਂ ਬੰਦਾ ਕਿਸੇ ਚੀਜ਼ ਨਾਲ ਰੱਤਿਆ ਹੋਵੇ ਨਾ, ਉਹਨੂੰ ਦੂਜੀ ਚੀਜ਼ ਦੀ ਖਬਰ ਨਹੀਂ ਹੁੰਦੀ। ਜਿਵੇਂ ਬੰਦੇ ਟੀਵੀ ਆਦਿਕ ਦੇ ਵਿੱਚ ਮਸਤ ਹੋ ਜਾਂਦੇ ਨੇ, ਉਸੇ ਕਮਰੇ ਦੇ ਵਿੱਚ ਕੋਈ ਨੁਕਸਾਨਦਾਇਕ ਕਿਰਿਆ ਹੋ ਰਹੀ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਸਾਧ ਸੰਗਤ ਦੇ ਵਿੱਚ ਜੁੜ ਕੇ ਸ਼ਬਦ ਵਿਚਾਰ ਨੂੰ ਇੰਨਾ ਦ੍ਰਿੜ ਕਰ ਲੈ ਕਿ ਇਕੱਲੇ ਇਕੱਲੇ ਵਿਕਾਰ ਦੇ ਫੁਰਨੇ ਦਾ ਤੇਰੇ ਅੰਦਰੋਂ ਨਾਸ਼ ਹੋ ਜਾਵੇ, ਕਪਟ ਦੀ ਭਾਵਨਾ ਦੂਰ ਹੋ ਜਾਵੇ ਅਤੇ ਪੂਰੀ ਹਉਮੈ ਦਾ ਨਾਸ਼ ਹੋ ਜਾਵੇ। ਦੇਹ ਗੇਹੋ ਤ੍ਰਿਓ ਸਨੇਹ, ਚਿੱਤ ਬਿਲਾਸ ਜਗਤ ਏਹੋ, ਚਰਨ ਕਮਲ ਸਦਾ ਸਿਓ, ਦ੍ਰਿੜਤਾ ਕਰ ਮਤ ਜੀਓ। ਅਤੇ ਹੁਣ ਆਖਦੇ ਹਨ ਕਿ ਕਾਮ ਕ੍ਰੋਧ ਜਾਂ ਕਪਟ ਤੇਰੇ ਅੰਦਰ ਕੌਣ ਪੈਦਾ ਕਰਦਾ ਹੈ? ਕਹਿੰਦੇ ਦੇਹ, ਕਿ ਆਪਣੀ ਦੇਹ ਦੇ ਨਾਲ ਜਿਹੜਾ ਵਾਸਨਾ ਰੂਪ ਮੋਹ ਬਣਿਆ ਹੋਇਆ ਹੈ। ਅਤੇ ਜਿਹੜਾ ਲੋਭ ਕੀ ਪੈਦਾ ਕਰਦਾ ਹੈ? ਜਿਹੜਾ ਘਰ ਦੇ ਨਾਲ ਨੇਹੋਂ ਜੁੜਿਆ ਹੋਇਆ। ਗੇਹੋ ਦਾ ਅਰਥ ਹੁੰਦਾ ਘਰ, ਕਿ ਘਰ ਦੇ ਨਾਲ ਨੇਹੋਂ ਜੁੜਿਆ ਹੋਇਆ ਉਹਨਾਂ ਦੀ ਪੂਰਤੀ ਲਈ ਲੋਭ ਕਰਦਾ ਹੈ। ਕਹਿੰਦੇ ਕਾਮ ਕਿਉ ਉਤਪੰਨ ਹੁੰਦਾ ਹੈ? ਤ੍ਰੇਹ ਸਨੇਹੋ, ਇਸਤਰੀ ਦਾ ਬੜਾ ਮੋਹ ਹੈ। ਤਾਂ ਅੱਗੇ ਆਖਦੇ ਹਨ ਚਿੱਤ ਬਿਲਾਸ, ਕਿ ਜਿਹੜਾ ਤੇਰਾ ਚਿੱਤ ਜਾਂ ਮਨ ਆਪਣੀ ਦੇਹ ਦੀ ਹੰਗਤਾ ਦੇ ਵਿੱਚ, ਆਪਣੇ ਘਰ ਪਦਾਰਥ ਦੀ ਵਾਸਨਾ ਦੇ ਵਿੱਚ, ਆਪਣੀ ਇਸਤਰੀ ਦੇ ਕੌਤਕਾਂ ਦੇ ਵਿੱਚ ਹੀ ਕਹਿੰਦੇ ਜਿਹੜਾ ਤੇਰਾ ਮਨ ਖਚਿਤ ਹੋਇਆ ਹੈ। ਜਗਤ ਇਹੋ, ਅਸਲ ਦੇ ਵਿੱਚ ਇਸ ਜਗਤ ਨੂੰ ਇਹੋ ਜਾਣ ਕਿ ਸਾਰਾ ਨਾਸ਼ਵਾਨ ਹੈ, ਪਰ ਚਰਨ ਕਮਲ ਸਦਾ ਸੇਓ। ਪਰ ਇਸੇ ਮਨ ਦੇ ਨਾਲ, ਰਸਨਾ ਦੇ ਨਾਲ, ਹਿਰਦੇ ਦੇ ਨਾਲ ਜਦੋਂ ਗੁਰੂ ਦੀ ਸਦਾ ਹੀ ਸੇਵ ਕਰੇਗਾ ਸ਼ਬਦ ਦੁਆਰਾ, ਦ੍ਰਿੜਤਾ ਕਰ ਮਤ ਜੀਓ। ਅਤੇ ਕਹਿੰਦੇ ਇਸ ਨੂੰ ਦ੍ਰਿੜਤਾ ਕਰਕੇ
ਮਤ ਪੂਰਵਕ ਆਪਣੇ ਹਿਰਦੇ ਅੰਦਰ ਗ੍ਰਹਿਣ ਕਰ ਲਵੋ। ਨਾਮ ਸਾਰ ਹੀਏ ਧਾਰ, ਤਜ ਬਕਾਰ ਮਨ ਗਇੰਦ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਤਾਂ ਭੱਟ ਗਇੰਦ ਜੀ ਬਖਸ਼ਿਸ਼ ਕਰਦੇ ਹਨ। ਇਸ ਕਰਕੇ ਹੀ ਮੇਰੇ ਮਨ ਕਿ ਜੇ ਸਤਿਗੁਰੂ ਦੇ ਨਾਲ ਅਭੇਦ ਹੋਣਾ ਤੇ ਸਤਿਗੁਰੂ ਦੇ ਨਾਮ ਦਾ ਇਹ ਭਾਵ ਤਤ ਸਾਰ ਜਾਣ ਕੇ ਆਪਣੇ ਹਿਰਦੇ ਅੰਦਰ ਧਾਰਨ ਕਰ ਲੈ। ਸਾਰੇ ਵਿਕਾਰ ਦੂਰ ਕਰਕੇ ਸਤਿਗੁਰੂ ਦੇ ਸ਼ਬਦ ਦੁਆਰਾ ਸਤਿਗੁਰੂ ਦੇ ਵਿੱਚ ਐਸੇ ਅਭੇਦ ਹੋਵੋ ਕਿ ਆਪ ਜੀ ਦਾ ਅਨੁਭਵ ਬਣ ਜਾਵੇ ਕਿ ਸਤਿਗੁਰੂ ਹਰੇਕ ਯੁੱਗ ਵਿੱਚ ਅਟਲ ਹਨ ਅਤੇ ਉਹਨਾਂ ਦੇ ਨਾਲ ਜੁੜਿਆ ਜੀਵ ਸਤ ਸਰੂਪ ਅਮਰ ਜੀਵਨ ਵਾਲਾ ਹੋ ਜਾਂਦਾ ਹੈ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਤਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਭੱਟ ਸਾਹਿਬਾਨਾਂ ਦੀ ਬਾਣੀ ਤਰਤੀਬ ਵਿੱਚ ਲਿਖੀ ਹੋਈ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਕਿਉਂਕਿ ਭੱਟ ਸਾਹਿਬਾਨਾਂ ਦੀ ਬਾਣੀ ਦੇ ਭਾਵੇਂ ਕਈ ਦਿਨ ਹੋ ਗਏ ਕਥਾ ਹੁੰਦਿਆਂ ਨੂੰ, ਪਰ ਇੰਨੇ ਜ਼ਿਆਦਾ ਨੁਕਤੇ ਹਨ ਜਿਹੜੇ 45 ਮਿੰਟ ਦੇ ਵਿੱਚ ਆ ਹੀ ਨਹੀਂ ਸਕਦੇ, ਜਿੰਨਾ ਮਰਜ਼ੀ ਯਤਨ ਕਰ ਲਵੇ ਕੋਈ। ਉਹਦੇ ਲਈ ਤਾਂ ਇੱਕ ਲੰਬੀਆਂ ਜਿਹੜੀਆਂ ਵਿਚਾਰਾਂ ਹਨ ਜਿਹੜੇ ਕਈ ਘੰਟਿਆਂ ਵਿੱਚ ਹੋਣ, ਫਿਰ ਹਰੇਕ ਪੱਖ 'ਤੇ ਬੋਲਿਆ ਜਾਵੇ, ਉਹਦੀ ਗੂੜਤਾ ਨੂੰ ਸਮਝਿਆ ਜਾਵੇ, ਉਹਦੇ ਅਨੁਭਵ ਨੂੰ ਪਛਾਣਿਆ ਜਾਵੇ, ਫਿਰ ਜਾ ਕੇ ਪੂਰਾ ਭੱਟ ਬਾਣੀ ਦੇ ਨਾਲ ਸਾਡਾ ਹਿਰਦਾ ਸਾਡੀ ਸੁਰਤ ਜੁੜੇਗੀ। ਤਾਂ ਭੱਟ ਸਾਹਿਬਾਨ ਦੀ ਹੁਣ ਪਹਿਲਾਂ ਜ਼ਿਕਰ ਕੀਤਾ ਵਾਹਿਗੁਰੂ, ਪਹਿਲਾਂ ਗੁਰੂ ਦੇ ਇਕੱਠ ਸਰੂਪ ਦਾ ਜ਼ਿਕਰ ਕੀਤਾ, ਪਰ ਉਸ ਤੋਂ ਪਹਿਲਾਂ ਜ਼ਿਕਰ ਆਇਆ ਸੀ ਕਿ ਜਿਹੜੇ ਗੁਰੂ ਗੁਰੂ ਜਪਦੇ ਹਨ ਉਹੀ ਵਾਹਿਗੁਰੂ ਦੀ ਅਵਸਥਾ ਤੱਕ ਪਹੁੰਚਦੇ ਹਨ। ਹੁਣ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਕਰਕੇ ਉਹਦੇ ਗੁਣ ਦ੍ਰਿੜ ਕਰ ਲਏ ਹਨ, ਅਤੇ ਜਦੋਂ ਇਹਨਾਂ ਸਾਰੇ ਗੁਣਾਂ ਦੇ ਸਹਿਤ ਜੀਵਨ ਦ੍ਰਿੜ ਹੋ ਗਿਆ ਅਤੇ ਸਤਿਗੁਰੂ ਸਰੂਪ ਦੇ ਨਾਲ ਸਿੱਖ ਅਭੇਦ ਹੋ ਗਿਆ, ਅਤੇ ਫਿਰ ਸਿੱਖ ਦੀ ਸੁਰਤ ਵਿੱਚ ਫਿਰ ਗੁਰੂ ਨੇ ਆਪਣੇ ਪਰਮ ਗਿਆਨ ਦਾ ਪਰਮ ਸਰੂਪ ਦਾ ਪ੍ਰਕਾਸ਼ ਕੀਤਾ, ਅਤੇ ਉਹੀ ਸੁਰਤ ਆਖਦੀ ਹੈ ਭੱਟ ਸਾਹਿਬਾਨ ਦੀ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਕਿ ਗੁਰੂ ਰਾਮਦਾਸ ਸਾਹਿਬ ਜੀ ਜਿਤਨੀ ਕਾਇਨਾਤ ਆਪ ਜੀ ਨੂੰ ਸੇਵਕ ਰੂਪ ਹੋ ਕੇ ਆਰਾਧ ਰਹੀ ਹੈ, ਸਾਰਿਆਂ ਦੇ ਹਿਰਦਿਆਂ ਅੰਦਰ ਆਪ ਜੀ ਭਰਪੂਰ ਹੋ। ਕਿਸੇ ਦੇ ਹਿਰਦੇ ਅੰਦਰ ਆਪ ਜੀ ਨੇ ਗਿਆਨ ਦਾ ਪ੍ਰਕਾਸ਼ ਕੀਤਾ ਹੈ, ਕਿਸੇ ਦੇ ਹਿਰਦੇ ਅੰਦਰ ਇੰਨੀ ਦਇਆ ਭਰ ਦਿੱਤੀ ਕਿ ਉਹ ਆਪ ਸਾਰੀ ਆਪਣੀ ਦਇਆ ਦੇ ਨਾਲ ਸਾਰੇ ਸੰਸਾਰ ਨੂੰ ਠੰਡਕ ਪਹੁੰਚਾ ਰਿਹਾ। ਇਸ ਕਰਕੇ ਆਖਦੇ ਹਨ ਵਾਹਿਗੁਰੂ ਤੇਰਾ ਸਭ ਸਦਕਾ, ਕੇ ਭਾਵ ਹੈ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦਾ ਰੂਪ ਅਚਰਜ ਹੈ। ਇਹ ਸਾਰਾ ਸੰਸਾਰ ਜਿਹੜਾ ਰਚਿਆ ਹੋਇਆ ਹੈ, ਇਹਦੇ ਵਿੱਚ ਜਿਹੜੇ ਅਚਰਜ ਕੌਤਕ ਹੋ ਰਹੇ ਹਨ, ਇਹ ਸਾਰੇ ਤੁਹਾਡੀ ਕਿਰਪਾ ਸਦਕਾ ਹਨ। ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਤਾਂ ਹੁਣ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ ਕਿ ਕਿਸੇ ਨੂੰ ਭਰਮ ਹੋ ਜਾਵੇ ਜਾਂ ਕਿਸੇ ਦੇ ਮਨ ਅੰਦਰ ਇਹ ਸ਼ੰਕਾ ਪੈਦਾ ਹੋ ਜਾਵੇ ਕਿ ਜਿਹੜਾ ਯੁੱਗ ਯੁੱਗ ਭਰਪੂਰ ਹੈ, ਕਿ ਜਦੋਂ ਯੁੱਗ ਨਹੀਂ ਬਣੇ ਸਨ, ਜਦੋਂ ਇਹ ਸ੍ਰਿਸ਼ਟੀ ਰਚਨਾ ਕੁਝ ਵੀ ਨਹੀਂ ਸੀ ਬਣਿਆ, ਅਤੇ ਫਿਰ ਉਦੋਂ ਵੀ ਸਤਿਗੁਰੂ ਦੀ ਹਸਤੀ ਸੀ। ਤਾਂ ਭੱਟ ਸਾਹਿਬਾਨ ਉੱਤਰ ਦਿੰਦੇ ਹਨ ਨਿਰੰਕਾਰ, ਕਿਉਂਕਿ ਮਾਲਕ ਤੂੰ ਅਸਲ ਦੇ ਵਿੱਚ ਨਿਰੰਕਾਰ ਹੈ। ਜਿਹੜਾ ਆਕਾਰ ਰੂਪ ਦੇ ਵਿੱਚ ਰਚਿਆ ਹੋਇਆ ਜਗਤ ਇਹ ਤਾਂ ਨਾਸ਼ਵਾਨ ਹੈ, ਪਰ ਤੁਹਾਡਾ ਅਸਲ ਸਰੂਪ ਤਾਂ ਨਿਰੰਕਾਰ ਹੈ। ਇਸ ਕਰਕੇ ਸਦਾ ਸਲਾਮਤ, ਸਦਾ ਇੱਕੋ ਜਿਹੇ ਰਹਿਣ ਵਾਲੇ ਹੋ, ਕਹਿ ਨਾ ਸਕੈ ਕੋ ਤੂੰ ਕਦ ਕਾ। ਕਿਉਂਕਿ ਸ੍ਰਿਸ਼ਟੀ ਰਚਨਾ ਤੇ ਬਾਅਦ ਦੇ ਵਿੱਚ ਬਣੀ, ਮਨੁੱਖ ਬਾਅਦ ਦੇ ਵਿੱਚ ਬਣਿਆ, ਪਹਿਲਾਂ ਤਾਂ ਕੇਵਲ ਨਿਰੋਲ ਪਰਮੇਸ਼ਰ ਨਿਰੰਕਾਰ ਸਰੂਪ ਸਤਿਗੁਰੂ ਗੁਰੂ ਰਾਮਦਾਸ ਜੀ ਕੇਵਲ ਆਪ ਜੀ ਹੀ ਸੀ। ਇਸ ਕਰਕੇ ਕੌਣ ਕਹਿ ਨਾ ਸਕੈ ਕੋ ਤੂੰ ਕਦ ਕਾ, ਕਿ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਕੁ ਤੁਹਾਡਾ ਸਰੂਪ ਪ੍ਰਗਟ ਹੋਇਆ ਅਤੇ ਕਿੰਨਾ ਸਮਾਂ ਕਿੰਨੇ ਯੁੱਗ ਹੋ ਗਏ ਹਨ ਇਸ ਸ੍ਰਿਸ਼ਟੀ 'ਤੇ ਕਲਿਆਣ ਕਰਦਿਆਂ ਨੂੰ। ਤਾਂ ਕਰਕੇ ਕਹੀਦਾ ਨਾ ਕਿ ਭੱਟ ਸਾਹਿਬਾਨਾਂ ਦੀ ਬਾਣੀ ਦੇ ਵਿੱਚੋਂ ਗੁਰੂ ਦੀ ਸ਼ਖਸੀਅਤ ਨੂੰ ਪਛਾਣੋ। ਇਤਿਹਾਸ ਕਹਿੰਦਾ ਫਲਾਣੀ ਸਨ ਨੂੰ ਪ੍ਰਗਟ ਹੋਏ, ਉਹ ਤਾਂ ਸਮੇਂ ਦੇ ਵਿੱਚ ਗਣਨਾ ਕੀਤੀ ਜਾ ਰਹੀ ਹੈ, ਪਰ ਜੇ ਸਤਿਗੁਰੂ ਦੇ ਪਰਮ ਸਰੂਪ ਦੀ ਗਣਨਾ ਕਰਾਂਗੇ ਤਾਂ ਉਹ ਜੁਗੋ ਜੁਗ ਅਟਲ ਹੈ। ਬ੍ਰਹਮਾ ਬਿਸ਼ਨ ਸਿਰੇ ਤੈ ਗਨਤ, ਤਿਨ ਕਉ ਮੋਹ ਭਇਆ ਮਨ ਮਦ ਕਾ। ਅਤੇ ਕਹਿੰਦੇ ਬ੍ਰਹਮਾ ਬਿਸ਼ਨ ਮਹੇਸ਼ ਵਰਗੇ ਜਿੰਨੇ ਦੇਵਤੇ ਰਚੇ, ਉਹਨਾਂ ਨੂੰ ਵੀ ਆਪਣਾ ਆਪ ਭੁੱਲ ਗਿਆ, ਉਹ ਮੋਹ ਦੇ ਵਿੱਚ ਪੈ ਕੇ ਤੁਹਾਡੇ ਪਰਮ ਸਰੂਪ ਨੂੰ ਭੁੱਲ ਗਏ। 84 ਲੱਖ ਜੋਨ ਪਾਈ ਰਿਜਕ ਦੀਆ ਸਭੂ ਕਉ, ਤਦ ਕਾ ਕੇ 84 ਲੱਖ ਜੂਨ ਦਾ ਜਿੰਨਾ ਗੇੜ ਆਕਾਸ਼ ਮਾਤ ਅਤੇ ਪਤਾਲ ਲੋਕ ਵਿੱਚ ਚੱਲ ਰਿਹਾ ਹੈ। ਜੋਨ ਉਪਾਈ, ਪਹਿਲਾਂ ਸਾਰੀ ਜੋਨ ਰਚੀ,
ਫਿਰ ਜ਼ਿਕਰ ਕਰਦੇ ਹਨ ਰਿਜ਼ਕ ਦੀਆ, ਕਿ ਸਾਰਿਆਂ ਨੂੰ ਜੀਵਨ ਦਾ ਆਧਾਰ। ਜਿਵੇਂ ਜਿਵੇਂ ਜਿਹੜੇ ਆ ਜੀਵ ਵਿਗਿਆਨੀ ਹਨ, ਇੱਕ ਦਫਾ ਮੈਂ ਕਿਤੇ ਪੜ੍ਹਿਆ ਸੀ ਕਿ ਸ੍ਰਿਸ਼ਟੀ ਦੇ ਵਿੱਚ 1000 ਐਸੇ ਜੂਨਾਂ ਹਨ ਜਿਹੜੀਆਂ ਪਾਣੀ ਤੋਂ ਬਿਨਾਂ ਰਹਿੰਦੀਆਂ ਹਨ। 1000 ਤੋਂ ਵੱਧ ਐਸੀਆਂ ਜੂਨਾਂ ਹਨ, ਉਹਨਾਂ ਦਾ ਆਹਾਰ ਕੀ ਹੈ? ਕੇਵਲ ਹਵਾ। ਇਸ ਕਰਕੇ ਗੁਰੂ ਸਾਹਿਬ ਜੀ ਭੱਟ ਸਾਹਿਬਾਨ ਜੀ ਜ਼ਿਕਰ ਕਰਦੇ ਹਨ 84 ਲੱਖ ਜੂਨ ਉਪਾਈ, ਕਿ ਪਹਿਲਾਂ ਜੂਨਾਂ ਉਹ ਪਾਈਆਂ, ਫਿਰ ਉਹਨਾਂ ਦੇ ਲਈ ਸਭ ਦੇ ਲਈ ਰਿਜ਼ਕ ਪੈਦਾ ਕੀਤਾ। ਰਿਜ਼ਕ ਦਿਆ ਸਭਹੂ ਕੋ ਤਦਕਾ, ਤੇ ਉਦੋਂ ਦਾ ਹੀ ਰਿਜ਼ਕ ਦੇ ਰਹੇ ਹੋ। ਇਸ ਕਰਕੇ ਸੇਵਕ ਕੈ ਭਰਪੂਰ, ਜੁਗ ਜੁਗ ਵਾਹ ਗੁਰੂ ਤੇਰਾ ਸਭ ਕਦਕਾ। ਤੇ ਇਸ ਕਰਕੇ ਭੱਟ ਸਾਹਿਬਾਨ ਜੀ ਆਖਦੇ ਹਨ ਕਿ ਹੇ ਸਤਿਗੁਰੂ ਸਾਹਿਬ ਜੀ, ਅਸੀਂ ਆਪ ਦੇ ਚਰਨ ਰੂਪ ਦੇ ਵਿੱਚ ਸੇਵਕ ਹਾਂ। ਆਪ ਜੀ ਦੀ ਕਿਰਪਾ ਹਰੇਕ ਯੁੱਗ ਦੇ ਵਿੱਚ ਭਰਪੂਰ ਹੈ। ਇਸ ਕਰਕੇ ਆਪ ਜੀ ਦਾ ਸਰੂਪ ਵਾਹ ਕਹਿਣ ਦੇ ਯੋਗ ਹੈ। ਸਾਰਾ ਹੀ ਤੁਹਾਡੀ ਮਿਹਰਾਮਤ ਦੇ ਸਦਕਾ ਹੈ। ਇਸ ਤਰ੍ਹਾਂ ਭੱਟ ਸਾਹਿਬਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਅਕਥ ਅਗੋਚਰ ਸਰੂਪ ਦੀ ਸਿਫਤ ਕਥਦਿਆਂ ਹੋਇਆਂ ਜ਼ਿਕਰ ਕਰਦੇ ਹਨ, ਕਿਉਂਕਿ ਗੁਰੂ ਨੂੰ ਅਸੀਂ ਆਦਿ ਜੁਗਾਦ ਸਰਬ ਜੁਗਾਦ ਦੇ ਵਿੱਚ ਸੱਚ ਜਾਣਨਾ ਹੈ, ਅਤੇ ਸਤਿਗੁਰੂ ਦਾ ਸਰੂਪ ਹੈ ਵੀ ਸੱਤ। ਜਿਵੇਂ ਅੱਜ ਦੇਖੋ ਅਸੀਂ ਕੇਵਲ ਭੱਟ ਸਾਹਿਬਾਨਾਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਇਹ ਬਾਣੀ ਭੱਟ ਸਾਹਿਬਾਨਾਂ ਦੇ ਮੁਖ ਤੋਂ ਉਚਾਰਨ ਹੋਈ ਹੈ, ਪਰ ਉਚਾਰਨ ਹੋਈ ਹੈ ਗੁਰੂ ਰਾਮਦਾਸ ਸਾਹਿਬ ਜੀ ਬਾਰੇ। ਅਤੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਦਾ ਅਨੁਭਵ ਪੜ੍ਹਾਂਗੇ ਤਾਂ ਉਹੀ ਗੁਰੂ ਮੂਰਤ ਦੇ ਗੁਣਾਂ ਦਾ ਪ੍ਰਕਾਸ਼, ਉਹੀ ਗੁਰੂ ਕੀ ਦਇਆ ਕਰੁਣਾ ਦਾ ਪ੍ਰਕਾਸ਼ ਸਾਡੇ ਹਿਰਦੇ ਅੰਦਰ ਵੀ ਹੋਏਗਾ। ਇਸ ਕਰਕੇ ਭੱਟ ਸਾਹਿਬਾਨ ਆਖਦੇ ਹਨ ਸੇਵਕ ਕੈ ਭਰਪੂਰ, ਜੁਗ ਜੁਗ ਕੇ ਹਰ ਯੁੱਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਆਪ ਜੀ ਭਰਪੂਰ ਹੋ। ਆਪ ਦੀ ਬੇਅੰਤ ਕਲਾ ਦਾ ਪ੍ਰਕਾਸ਼ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਸਤਿਗੁਰੂ ਦੇ ਅਗੰਮ ਅਗੋਚਰ ਸਰੂਪ ਦੀ ਪਰਮ ਸੂਝ, ਸਤਿਗੁਰੂ ਦੇ ਗੁਣ ਸਰੂਪ ਦੀ ਸੋਝੀ, ਸਤਿਗੁਰੂ ਦੇ ਚਰਨਾਂ ਦੀ ਅਥਾਹ ਸ਼ਰਧਾ ਪ੍ਰੀਤ ਪ੍ਰਤੀਤ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਦ੍ਰਿੜ ਹੋ ਜਾਵੇ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ